ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਾਰ ਦੀਨ दयाल ना तुम सर। अब पतियार क्या कीजै। बचनी तोर मोर मन मानै। जन कौ पूरन दीजै। हम सार दीन दयाल ना तुम सर। अब पतियार क्या कीजै। बचनी तोर मोर मन मानै। जन कौ पूरन दीजै। हाँ बल बल जाओ रमैया कारने। कारण कवन अबोल रहाओ। बहुत जन्म बिछुरे थे माधो। एहो जन्म तुम्हारे लेखे। कह रविदास आस लग जीवो। चिर भयो दर्शन देखे। बहुत जन्म बिछुरे थे माधो। एहो जन्म तुम्हारे लेखे। कह रविदास आस लग जीवो। चिर भयो दर्शन देखे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ। ਕਹਿੰਦੇ ਗੁਰੂ ਕੇ ਸਿੱਖਾ ਨੂੰ ਅਰਦਾਸ ਤਾਂ ਕਰਨਾ ਪਰ ਤੇਰੇ ਅਰਦਾਸ ਕਰਨ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਹਨ। ਇਹ ਗੱਲ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਿਉਂ ਕਹੀ? ਆਪਾਂ ਜਦੋਂ ਵੀ ਗੁਰਮੁਖ ਅਰਦਾਸ ਕਰਦੇ ਹਾਂ ਆਪਣੇ ਗੁਣਾਂ ਦੀ ਨਮਾਇਸ਼ ਕਰਦੇ ਵੀ ਮੈਂ ਆਹ ਕਰਦਾ, ਮੈਂ ਆਹ ਕੀਤਾ ਹੈ। ਯਾਦ ਰੱਖਿਆ ਜੇ ਭਗਤਾਂ ਦੇ ਸ਼ਲੋਕਾਂ ਵਿੱਚ ਇੱਕ ਪੰਕਤੀ ਆਉਂਦੀ ਹੈ, ਮੀਂਹ ਕਿੰਨਾ ਵੀ ਪੈ ਜੇ ਪਰ ਟਿੱਬਿਆਂ ਤੇ ਪਾਣੀ ਖਲੋਂਦਾ ਨਹੀਂ। ਪਾਣੀ ਖਲੋਵੇਗਾ ਤਾਂ ਜੇ ਥਾਂ ਨੀਵਾਂ ਹੋਵੇ। ਇਸੇ ਪ੍ਰਕਾਰ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਆਪਣੇ ਔਗਣਾਂ ਦਾ ਜ਼ਿਕਰ ਕਰ ਤਾਂ ਕਿ ਉਹਦੀ ਕਿਰਪਾ ਦੇ ਨਾਲ ਜਿਹੜਾ ਤੇਰਾ ਔਗਣਾਂ ਵਾਲਾ ਸੁਭਾਅ ਹੈ ਉਹ ਗੁਣਾਂ ਵਾਲਾ ਬਣ ਜਾਏ। ਜਿਵੇਂ ਸਾਡਾ ਅਧਿਆਪਕ ਸਾਡੇ ਭਲੇ ਵਾਸਤੇ ਊੜਾ ਊੜ ਕਰਕੇ ਐੜਾ ਅੰਬ ਕਰਕੇ ਲਿਖਦਾ ਹੈ, ਭਾਵੇਂ ਉਹਨੂੰ ਲੋੜ ਤਾਂ ਨਹੀਂ
ਪਰ ਅਸੀਂ ਉਹਦੇ ਬੱਚੇ ਤੇ ਵਿਦਿਆਰਥੀ ਹੋਣ ਕਰਕੇ ਉਹ ਸਾਡੇ ਵਾਸਤੇ ਪੂਰਨੇ ਪਾਉਂਦਾ ਹੈ। ਇਸ ਪ੍ਰਕਾਰ ਅੱਜ ਦੇ ਫਰਮਾਨ ਵਿੱਚ ਬਾਬਾ ਰਵਿਦਾਸ ਜੀ ਦੀ ਪਾਵਨ ਰਸਨਾ ਦੇ ਦੁਆਰਾ ਸਾਨੂੰ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਦੱਸਿਆ ਹੈ। ਜਿਵੇਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਇਹ ਆਪਾਂ ਇਹ ਰਹਿਮਤ ਨੂੰ ਪ੍ਰਾਪਤ ਕਰਨਾ ਹੈ। ਝੋਲੀਆਂ ਅੱਡੀਏ ਤਾਂ ਕਿ ਸਾਨੂੰ ਨਵਾਜੇ, ਔਰ ਉਹਦਾ ਇੱਕੋ ਇੱਕ ਤਰੀਕਾ ਕਿ ਆਪਾਂ ਬੋਲੀਏ ਸਤਿਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗਾਂ ਦੇ ਮੁਤਾਬਕ ਇਹ ਪਾਵਨ ਪਵਿੱਤਰ ਸ਼ਬਦ ਤਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਹੈ। ਜਦੋਂ ਏਕ ਓਂਕਾਰ ਸਤਿਗੁਰ ਪ੍ਰਸਾਦ ਬਾਰੇ ਪੜ੍ਹੀਦਾ ਹੈ ਨਾ, ਇਹਦੇ ਅੱਖਰੀ ਅਰਥ ਸਾਡੇ ਬਜ਼ੁਰਗ ਸਿਆਣੇ ਪੜ੍ਹੇ ਲਿਖੇ ਇਉਂ ਕਰਦੇ ਨੇ, ਇੱਕ ਅਦਵੈਤ ਰੂਪੀ ਬ੍ਰਹਮ, ਸਾਰਿਆਂ ਦਾ ਰਖਕ, ਉਹਦੇ ਆਚਾਰਨ ਕਰਕੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਲੇਕਿਨ ਉੱਥੋਂ ਤੱਕ ਪਹੁੰਚਣ ਲਈ ਜਿੰਨਾ ਚਿਰ ਸੱਚਾ ਗੁਰੂ ਕਿਰਪਾ ਨਾ ਕਰੇ ਗੱਲ ਨਹੀਂ ਬਣਦੀ। ਸ਼ੰਕਾ ਮਨੁੱਖੀ ਸੁਭਾਅ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ। ਇਹ ਲਫ਼ਜ਼ ਮੈਂ ਤਕਰੀਬਨ ਗਾਏ ਬਗਾਏ ਜਦੋਂ ਵੀ ਮੇਰੀ ਡਿਊਟੀ ਆਉਂਦੀ ਮੈਂ ਜ਼ਿਕਰ ਕਰਦਾ ਰਹਿੰਦਾ। ਸੱਸੇ ਦੇ ਪੈਰ ਥੱਲੇ ਬਿੰਦੀ ਲੱਗੀ ਤੇ ਬਣਦੀ ਸ਼ਰਧਾ, ਸੱਸੇ ਦੇ ਪੈਰ ਥੱਲੇ ਬਿੰਦੀ ਲੱਗਦੀ ਹੈ ਤੇ ਬਣਦੀ ਹੈ ਸ਼ੰਕਾ। ਜਿਹੜੀ ਸ਼ਰਧਾ ਹੈ ਇਹ ਬੰਨੇ ਲਾ ਦਿੰਦੀ ਤੇ ਸ਼ੰਕਾ ਸਾਨੂੰ ਡੋਬ ਦਿੰਦੀ ਹੈ। ਸ਼ੰਕਾ ਇੱਥੇ ਆਣ ਕੇ ਸਾਡੇ ਮਨ ਨੇ ਇੱਕ ਸ਼ੰਕਾ ਕੀਤਾ ਵੀ ਜਦੋਂ ਵੀ ਅਸੀਂ ਕਦੋਂ ਬਾਣੀ ਪੜ੍ਹਦੇ ਹਾਂ, ਭਾਵੇਂ ਤਨਾਸਰੀ ਰਾਗ ਹੋਵੇ, ਭਾਵੇਂ ਭੈਰੋਂ ਹੋਵੇ, ਭਾਵੇਂ ਸੋਠ ਹੈ, ਭਾਵੇਂ ਸਰੀ ਰਾਗ ਹੈ, ਭਾਵੇਂ ਮਾਝ ਰਾਗ ਹੈ, ਹਰ ਥਾਂ ਤੇ ਇੱਕੋ ਗੱਲ ਵਾਰ-ਵਾਰ ਕਹੀ ਕਿ ਏਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਦਾ ਜ਼ਿਕਰ ਕਿਉਂ ਕੀਤਾ ਹੈ, ਹੋਰ ਪਾਸੇ ਵੱਲ ਕਿਉਂ ਨਹੀਂ ਲਾਇਆ? ਇਹ ਸ਼ੰਕਾ ਹੈ। ਇਹਦਾ ਜਵਾਬ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਦੀ ਬਖਸ਼ੀ ਬੁੱਧੀ ਮੁਤਾਬਕ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਹ ਕਹਿੰਦੇ, ਗੁਰਮੁਖਾ, ਇੱਕ ਆਮ ਕਹਾਵਤ ਹੈ ਸਾਡੇ ਸਮਾਜ ਵਿੱਚ, ਕਹਾਵਤ ਹੈ ਬਾਣੀ ਨਹੀਂ। ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ, ਤੈਸੇ ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਆ ਕੇਲੇ ਦਾ ਬੂਟਾ ਹੈ ਨਾ, ਉਹਨੂੰ ਛਿੱਲੋ ਤੇ ਪੱਤਿਆਂ ਚੋਂ ਥੱਲੇ ਪੱਤੇ ਨਿਕਲੀ ਆਉਣਗੇ, ਔਰ ਜਦੋਂ ਗੁਰਮਤਿ ਦੀ ਵਿਚਾਰ ਕਰਦੇ ਤੇ ਗੁਰਮੁਖ ਵਿਚਾਰਾਂ ਚੋਂ ਵਿਚਾਰਾਂ ਸਿਧਾਂਤ ਨਿਕਲੀ ਆਉਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਹੋਰ ਤਰੰਗ ਨ ਰਚੀਏ ਸਭ ਕੂੜ ਦਸੰਦਾ। ਹੋਰਨ ਪਾਸਿਆਂ ਵੱਲ ਪ੍ਰੇਮ ਨਾ ਕਰ, ਇਹ ਗੁਰਮੁਖਾ ਸਾਰਾ ਕੁਝ ਕੂੜ ਹੀ ਹੈ। ਹੁਣੇ ਹੀ ਗੁਰੂ ਕੀ ਬਖਸ਼ੇ ਗੁਰੂ ਕੇ ਰਾਗੀ ਸਿੰਘ ਆਸਾ ਦਾ ਵਾਰ ਦਾ ਕੀਰਤਨ ਕਰਕੇ ਗਏ ਨੇ, ਉਹਦੇ 'ਚ ਆਪਾਂ ਇੱਕ ਪੌੜੀ ਪੜ੍ਹਦੇ ਹਾਂ, ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਰਾਜਾ ਕੂੜ ਪ੍ਰਜਾ। ਇੰਨੇ ਬੇਅੰਤਾਂ ਦੀ ਗਿਣਤੀ ਕਰਕੇ ਤੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਤੁਧ ਬਾਝ ਕੂੜੋ ਕੂੜ। ਉਸ ਵਾਹਿਗੁਰੂ ਤੋਂ ਬਿਨਾਂ ਸਾਰਾ ਹੈ ਕੋਈ ਝੂਠਾ ਹੈ। ਕਿਸ ਨਾਲ ਕੀਚੇ ਦੋਸਤੀ ਸਭ ਜਗ ਚਲਨਾਰ।
ਕਿਹਦੇ ਨਾਲ ਪ੍ਰੇਮ ਪਾਵੇਂਗਾ, ਗੁਰਮੁਖਾ ਸਾਰਿਆਂ ਤੁਰ ਜਾਣਾ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਹੋਰ ਤਰੰਗ ਨਾ ਰਚੀਏ ਸਭ ਕੂੜ ਦਸੰਦਾ, ਹੋਰ ਸਾਧ ਨਾ ਲੱਗੀਏ ਹੋਏ ਵਿਸਥਲ ਗੰਧਾ। ਜਿਹੜੇ ਬਾਕੀ ਦੇ ਸਵਾਦ ਨੇ ਨਾ, ਇਹਨਾਂ 'ਚ ਨਾ ਪੈ, ਇਹ ਸਾਰੇ ਦੇ ਸਾਰੇ ਯਹ ਰੂਪ ਹਨ। ਇਹਨਾਂ ਵਿੱਚ ਆਪਣੇ ਆਪ ਨੂੰ ਗ੍ਰਸਤ ਨਾ ਕਰ। ਹੋਰ ਤਾਂ ਇਹਨਾਂ ਤੋਂ ਇਲਾਵਾ ਹੋਰ ਤਾਂ ਪੰਥ ਨਾ ਚੱਲੀਏ ਠੱਗ ਚੋਰ ਮੁਹੰਦਾ। ਜਿਹੜੇ ਥਾਂ ਥਾਂ ਤੇ ਰਸਤੇ ਨੇ ਨਾ ਬਣੇ ਹੋਏ, ਕਈ ਤਰ੍ਹਾਂ ਦੇ ਪੰਥ, ਨਾ ਜਾ। ਇਹ ਕੇਵਲ ਤੇ ਕੇਵਲ ਕਮਾਈ ਦਾ ਸਾਧਨ ਬਣਾਏ ਨੇ, ਕਮਾਈ ਦਾ ਸਾਧਨ। ਤੇਰਾ ਗ੍ਰਹਿ ਟਲ ਜਾਏਗਾ, ਅਸੀਂ ਇਸ ਤਰ੍ਹਾਂ ਇਹਦਾ ਪ੍ਰਬੰਧ ਕਰਾਂਗੇ, ਰੋਕਥਾਮ ਕਰਾਂਗੇ, ਤੇ ਮੈਨੂੰ ਇੰਨੇ ਦੇ ਜਾ। ਉਹਨੂੰ ਪੁੱਛਿਆ ਜਾਏ ਵੀ ਤੂੰ ਠੇਕਾ ਲਿਆ, ਮਾਲ ਮੱਤਾ ਤੂੰ ਲੈ, ਤੇ ਗ੍ਰਹਿ ਦਾ ਉਹਦਾ ਕਿਵੇਂ ਟਲ ਜਾਏਗਾ। ਇਹ ਕੇਵਲ ਤੇ ਕੇਵਲ ਇੱਕ ਠੱਗੀ ਜੇ ਠੱਗੀ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਗੁਰਮੁਖਾ ਹੋਰਤ ਪੰਥ ਨਾ ਚੱਲੀਏ ਠੱਗ ਚੋਰ ਮੁਹੰਦਾ, ਪੀਰ ਮੁਰੀਦਾਂ ਪਿਰਹੜੀ ਸੱਚ ਸੱਚ ਬਲੰਦਾ। ਕੇਵਲ ਤੇ ਕੇਵਲ ਸੱਚੇ ਗੁਰੂ ਨਾਲ ਜੋੜ, ਜਿਹੜਾ ਤੈਨੂੰ ਸੱਚ ਨਾਲ ਜੋੜ ਦੇ। ਇਸ ਕਰਕੇ ਇੱਕ ਅਦਵੈਤ ਰੂਪੀ ਬ੍ਰਹਮ ਅਚਾਰਨ ਤੇ ਰੱਖਿਆ ਕਰਦਾ ਹੈ। ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਪਿਆਰਿਓ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਕਹਿੰਦੇ ਮਾਲਕਾ ਮੇਰੇ ਵਰਗਾ ਤਾਂ ਗਰੀਬ ਹੀ ਕੋਈ ਨਹੀਂ। ਜਿਹੜਾ ਹਮ ਸ਼ਬਦ ਹੈ ਨਾ, ਇਹ ਬਹੁ ਵਚਨ ਹੈ, ਪਲੂਰਲ। ਇਹ ਬਹੁ ਵਚਨ ਆਪਣੇ ਵਾਸਤੇ ਕਿਉਂ ਵਰਤਿਆ? ਆਪਣੇ 'ਚ ਇੱਕ ਔਗਣ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਕਿਤੇ ਵਾਰਾਂ ਪੜ੍ਹਿਆ ਕਰੋ, ਮੈਂ ਤਕਰੀਬਨ ਕਥਾ ਜ਼ਿਕਰ ਕਰ ਦਿੰਦਾ, ਕਿਉਂਕਿ ਉਹ ਸਾਡੀ ਭਾਸ਼ਾ 'ਚ ਸਾਨੂੰ ਬੜੀ ਛੇਤੀ ਸਮਝ ਪੈਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਪੌੜੀ ਵਿੱਚ ਉਹਦਾ ਸਿਰਲੇਖ ਹੈ 20 ਔਗਣ, ਔਰ ਉਹਦੇ 'ਚ ਉਹਨਾਂ ਨੇ 20 ਔਗਣਾਂ ਦਾ ਜ਼ਿਕਰ ਕੀਤਾ ਹੈ। ਹੋਂ ਅਪਰਾਧੀ ਗੁਨਾਹਗਰ, ਹੋਂ ਬੇਮੁਖ ਮੰਦਾ, ਚੋਰ ਯਾਰ ਜਵਾਰ, ਹੋਂ ਠੱਗ ਦੇਸ਼ ਠਖੰਦਾ। ਬੇਅੰਤ ਔਗਣਾਂ ਦੀ ਗਿਣਤੀ ਕਰਕੇ ਆਖਿਆ ਕਿ ਮੈਂ ਅਕਿਰਤ ਕਾਣਾ, ਮੈਂ ਚੋਰ ਹਾਂ, ਮੈਂ ਠੱਗ ਹਾਂ। ਕੀ ਅਸੀਂ ਮੰਨ ਸਕਦੇ ਕਿ ਇਹ ਭਾਈ ਗੁਰਦਾਸ ਜੀ ਇਹ ਕੰਮ ਕਰਦੇ ਹੋਣਗੇ? ਸੋਚਿਆ ਨਹੀਂ ਜਾ ਸਕਦਾ। ਲੇਕਿਨ ਉਹਨਾਂ ਸਾਡੇ ਵਾਸਤੇ ਪੂਰਨੇ ਪਾਏ ਨੇ ਪਿਆਰਿਆ। ਆਪਣੇ ਗੁਣਾਂ ਦਾ ਪ੍ਰਦਰਸ਼ਨ ਨਾ ਕਰ, ਆਪਣੇ ਔਗਣਾਂ ਦਾ ਕਰ। ਆਪਣੇ 'ਚ ਇੱਕ ਔਗਣ ਨਹੀਂ। ਗੁਰਮੁਖੋ, ਆਪਾਂ ਤਕਰੀਬਨ ਆਪਣੀ એનર્ਜੀ ਦੂਜਿਆਂ ਦੀ ਔਗਣ ਤੇ ਲਾਉਨੇ ਆ। ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਤੇ ਵਾਹਿਗੁਰੂ ਨੂੰ ਹਾਜ਼ਰ ਨਾ ਜਾਣ ਕੇ ਦੇਖੀਏ, ਆਪਣੇ ਔਗਣ ਗਣੇ ਨਹੀਂ ਜੀ ਜਾਂਦੇ। ਕਿਸੇ ਨੂੰ ਨਾ ਕਿਹਾ ਜੇ, ਕਿਉਂਕਿ ਦੂਜੇ ਦੀ ਆਪਾਂ ਗੱਲ ਬਰਦਾਸ਼ਤ ਨਹੀਂ ਕਰਨੀ, ਸਾਡੇ 'ਚ ਟਾਲੇਸ਼ਨ ਪਾਵਰ ਨਹੀਂ। ਜਿਹੜਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ ਨਾ, ਉਹਨੂੰ ਹਾਜ਼ਰ ਨਾਜ਼ਰ ਗਣੇ ਨਹੀਂ ਜੇ ਜਾਂਦੇ। ਤੇ ਸਾਡਾ ਤਾਂ ਸੁਭਾਅ ਹੀ ਬਣਿਆ ਵੀ ਦੂਜੇ ਦੇ ਔਗਣਾਂ ਨੂੰ ਮਾਪੀ ਜਾਣਾ। ਉਹ ਆਹ ਕਰਦਾ, ਉਹ ਆਹ ਕਰਦਾ, ਤੇ ਭਲਿਆ ਤੂੰ ਦੱਸ ਵੀ ਤੂੰ ਕੀ ਨਹੀਂ ਕਰਦਾ। ਅਸੀਂ ਬੇਨਤੀ ਕਰੀਏ, ਮੇਲੇ ਮਾਰਕਾ ਮੇਰੇ ਵਰਗਾ ਨਿਮਾਣਾ ਕੋਈ ਨਹੀਂ। ਹਮ ਸਰ ਦੀਨ, ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਇਹਦੀ ਮੇਰੇ ਇੱਕਦਮ ਸਾਹਮਣੇ ਉਦਾਹਰਨ ਆ ਗਈ, ਕਿਉਂਕਿ ਆਪ ਜੀ ਨੇ ਕੱਲ੍ਹ ਪਰਸੋਂ ਦੀ ਕਥਾ ਵਿੱਚ ਸਿੰਘ ਸਾਹਿਬਾਂ ਦੇ ਕੋਲੋਂ ਮਾਘੀ ਦਾ ਮੁਕਤਸਰ ਸਾਹਿਬ ਦਾ ਪ੍ਰਸੰਗ ਸਰਵਣ ਕੀਤਾ ਹੋਵੇਗਾ। ਜਦੋਂ ਸਤਿਗੁਰੂ ਪਾਤਸ਼ਾਹ ਮਾਰੇ ਮੁਕਤਸਰ ਸਾਹਿਬ ਤੋਂ ਅੱਗੇ ਗਏ ਨੇ ਨਾ, ਮੈਂ ਬੇਨਤੀ ਕਰ ਰਿਹਾ, ਹਮ ਸਰ ਦੀਨ ਦਿਆਲ ਨਾ ਤੁਮ ਸਰ। ਸਾਡੇ ਵਰਗਾ ਯਤੀਮ ਕੋਈ ਨਹੀਂ, ਨਿਕੰਮਾ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਉਸ ਇਲਾਕੇ 'ਚ ਗੁਰਮੁਖ ਇੱਕ ਪਿੰਡ ਹੈ, ਉਹਦਾ ਨਾਮ ਹੈ ਕਾਗ ਝਰਾਣੀ। ਤੇ ਸਤਿਗੁਰੂ ਪਾਤਸ਼ਾਹ ਭਾਈ ਮਾਨ ਸਿੰਘ ਨੂੰ ਕਹਿਣ ਲੱਗੇ, ਗੁਰਮੁਖਾ ਅੜ ਆਲਣਾ ਨਾ ਉੱਪਰ
ਇਸ ਆਲ੍ਹਣੇ ਤੇ ਚੜ੍ਹ ਤੇ ਇਸ ਆਲ੍ਹਣੇ ਵਿੱਚ ਕਾਂ ਦੇ ਬੱਚੇ ਹੋਣਗੇ। ਜਿਹੜਾ ਕਾਂ ਦਾ ਬੱਚਾ ਤੇਰੇ ਵੱਲ ਮੂੰਹ ਕਰਕੇ ਬਹੁਤਾ ਬੋਲੇ ਉਹਦੀ ਧੌਣ ਮਰੋੜਦੀ। ਇਹ ਕਾਗ ਧਰਾਣੀ ਇੱਕ ਪਿੰਡ ਜੇ ਮੁਕਤਸਰ ਦੇ ਏਰੀਏ 'ਚ, ਉੱਥੋਂ ਦਾ ਇਤਿਹਾਸ ਗੁਰਦੁਆਰਾ ਸਾਹਿਬ ਬਣਿਆ, ਉੱਥੋਂ ਦਾ ਇਤਿਹਾਸ ਹੈ। ਜਦੋਂ ਉਹ ਕਾਂ ਬੋਲਦਾ ਨਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਚਤਰਦਾਸਾ ਤੇਰੇ ਵਾਸਤੇ ਵੀ ਆ ਗਏ। ਚਤਰਦਾਸਾ ਭਾਈ ਮਾਨ ਸਿੰਘ ਨੇ ਸਤਿਗੁਰੂ ਪਾਤਸ਼ਾਹ ਦੇ ਕਹਿਣ ਤੇ ਉਹਦੀ ਧੌਣ ਮਰੋੜੀ ਤੇ ਨਾਲ ਹੀ ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਇਹਨੂੰ ਆਖਿਆ ਵੀ ਚਤਰਦਾਸ ਤੁਹਾਡਾ ਵਾਕਬ ਹੈ? ਕਹਿੰਦੇ ਗੁਰਮੁਖੋਂ ਵਾਕਬ ਕਰਕੇ ਤਾਂਹੀਓ ਤਾਂ ਨਾਂ ਲਿਆ। ਕਹਿੰਦੇ ਗੁਰਮੁਖੋ ਦਾ ਸੁਭਾਅ ਸੀ, ਜਦੋਂ ਸਤਸੰਗ ਹੁੰਦਾ ਸੀ ਨਾ, ਗੁਰਮਤਿ ਦੀਆਂ ਵਿਚਾਰਾਂ ਚੱਲਦੀਆਂ ਸਨ, ਤੇ ਇਹਨੇ ਕਾਂ ਦੀ ਤਰ੍ਹਾਂ ਬੋਲੀ ਜਾਣਾ ਤੇ ਗੁਰਮੁਖਾਂ ਨੇ ਕਹਿਣਾ, ਗੁਰਮੁਖਾ ਸਾਨੂੰ ਰੱਬ ਦਾ ਨਾਂ ਕਿਉਂ ਨਹੀਂ ਸੁਣਦਾ, ਕਿਉਂ ਕਾਂ ਤਰ੍ਹਾਂ ਰੌਲਾ ਪਾਈ ਜਾਣਾ। ਔਰ ਇਸ ਵਜ੍ਹਾ ਕਰਕੇ ਇਹ ਕਾਰਨ ਬਣੇ, ਇਹ ਕਾਂ ਬਣਿਆ। ਫੇਰ ਵੀ ਤਰਸ ਆਇਆ, ਇਹ ਆਪਣਾ, ਇਹਨੂੰ ਬੰਨੇ ਲਾ ਦਈਏ। ਇਹ ਕਾਗ ਚਰਾਣੀ ਪਿੰਡ ਦਾ ਇਤਿਹਾਸ ਘਟਨਾ ਹੈ। ਕਲਗੀਧਰ ਬਾਪੂ ਨੇ ਭਾਈ ਮਾਨ ਸਿੰਘ ਨੂੰ ਕਹਿ ਕੇ ਆਲ੍ਹਣੇ ਵਿੱਚੋਂ ਕਾਂ ਦਾ ਬੱਚਾ ਮਰਵਾਇਆ ਤੇ ਨਾਲੇ ਕਹਿ ਦਿੱਤਾ, ਚਤਰਦਾਸਾ ਆ ਗਏ ਆ। ਥੋੜਾ ਜਿਹਾ ਅੱਗੇ ਗਏ, ਉੱਥੋਂ ਦੀ ਗੱਲ ਹੈ, ਉਸੇ ਪਿੰਡ ਦੀ। ਥੋੜਾ ਜਿਹਾ ਅੱਗੇ ਗਏ, ਇੱਕ ਸੱਪ ਫੁਕਾਰੇ ਮਾਰਦਾ। ਕਹਿੰਦੇ ਅੱਜ ਸਾਰੇ ਇਕੱਠੇ ਹੋ ਗਏ ਜੇ, ਈਸ਼ਰਦਾਸਾ ਤੂੰ ਵੀ ਆ ਜਾ। ਪਹਿਲੇ ਨੂੰ ਆਖਿਆ ਚਤਰਦਾਸਾ, ਇਹਨੂੰ ਆਖਿਆ ਈਸ਼ਰਦਾਸਾ, ਤੂੰ ਵੀ ਆ ਜਾ। ਮੇਰੇ ਪਾਤਸ਼ਾਹ ਨੇ ਤੀਰ ਚਲਾਇਆ, ਉਹਦੀ ਕਲਿਆਣ ਕੀਤੀ। ਤੇ ਸਿੱਖਾਂ ਨੇ ਆਖਿਆ, ਪਾਤਸ਼ਾਹ ਉਹਨੂੰ ਚਤਰਦਾਸ ਤੇ ਇਹਨੂੰ ਈਸ਼ਰਦਾਸ ਕਿਉਂ ਆਖਿਆ ਜੇ? ਕਹਿੰਦੇ ਗੁਰਮੁਖੋ ਇਹ ਸੰਗਤ 'ਚ ਫੁਕਾਰੇ ਬੜੇ ਮਾਰਦਾ ਹੁੰਦਾ ਸੀ, ਮੈਂ ਫਲਾਨਾ ਹਾਂ। ਆਈ ਦਾ ਤਾਂ ਗੁਰਦੁਆਰੇ ਨਿਮਾਣੇ ਬਣ ਰਹੀ ਹੈ ਨਾ, ਇਹਨੇ ਆਖਣਾ ਮੈਂ ਫਲਾਨਾ। ਤੇ ਕਿਸੇ ਗੁਰਮੁਖ ਨੇ ਆਖਿਆ, ਈਸ਼ਰਦਾਸਾ ਇਵੇਂ ਸੱਪ ਵਾਂਗੂ ਫੁਕਾਰੇ ਨਾ ਮਾਰਿਆ ਕਰ। ਔਰ ਫਿਰ ਵੀ ਆਪਣਾ ਜਾਣ ਕੇ ਕਲਿਆਣ ਕੀਤੀ ਹੈ। ਉਸੇ ਸਬਜੈਕਟ ਦੇ ਮੁਤਾਬਕ ਇੱਥੇ ਬੇਨਤੀ ਕਰਨੀ, ਪਾਤਸ਼ਾਹ ਸਾਡੇ ਵਰਗਾ ਯਤੀਮ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ। ਮੁਆਵੀ ਦਿਆ ਜੇ ਗੁਰਮੁਖ ਹੋਏ, ਆਪਾਂ ਬਹੁਤ ਭਾਰੀ ਗਲਤੀ ਕਰਦੇ ਆ, ਪੈਰ ਪੈਰ ਤੇ ਗੁਰੂ ਦਾ ਪਤਰਾਵਾ ਲੈਂਦੇ ਆ, ਪੈਰ ਪੈਰ ਤੇ। ਮੇਰਾ ਆਹ ਕੰਮ ਕਰਦੇ, ਆਹ ਕਰਦੇ, ਜੇ ਨਹੀਂ ਕੀਤਾ ਤੇ ਕਹਿਣਾ ਮੈਂ ਗੁਰਦੁਆਰੇ ਨਹੀਂ ਜਾਣਾ। ਗੁਰਮੁਖੋ ਗੁਰੂ ਦਾ ਵਾਸਤਾ ਜੇ ਗੁਰੂ ਦਾ ਪਤਰਾਵਾ ਨਾ ਲਿਆ ਕਰੋ। ਇੱਕ ਮੇਰੀ ਨਿੱਕੀ ਜਿਹੀ ਜ਼ਿੰਦਗੀ 'ਚ ਵਾਪਰੀ ਘਟਨਾ ਹੈ, ਮੈਂ ਨਾਂ ਨਹੀਂ ਲੈਣਾ ਪਿੰਡ ਦਾ। ਉੱਥੇ ਕੋਈ ਸਮਾਗਮ ਸੀ ਤੇ ਮੈਨੂੰ ਗੱਭਰੂ ਲੈਣ ਲਈ ਆਇਆ ਤੇ ਸ਼ਕਲ ਸੂਰਤ ਵੱਲੋਂ ਉਹਦੀ ਬੜੀ ਨਿਕੰਮੀ ਤੇ ਗੱਲਾਂ ਉਹ ਬੜੀਆਂ ਗਿਆਨ ਦੀਆਂ ਕਰੇ। ਤੇ ਮੈਂ ਆਖਿਆ ਵੀ ਮਿੱਤਰਾ ਤੂੰ ਗੱਲਾਂ ਬੜੀਆਂ ਟੌਪ ਦੀਆਂ ਕਰਦਾ ਹੈ, ਬੜਾ ਖੋਜੀ ਹੈ ਤੇ ਮੂੰਹ ਮੱਥਾ ਤੇਰਾ ਸਾਰਾ ਛਿੱਲਿਆ। ਉਹਨੇ ਸਿੱਧੀ ਮੈਨੂੰ 90 ਡਿਗਰੀ ਗੱਲ ਆਖੀ, ਕਹਿਣ ਲੱਗਾ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ। ਮੈਂ ਉਹਦੇ ਮੂੰਹ ਵੱਲ ਵੇਖਿਆ, ਮੈਂ ਆਖਿਆ ਗੁਰਮੁਖਾ ਕੀ ਗੱਲ? ਕਹਿੰਦਾ ਜੀ ਮੇਰੀ 14 ਕਿੱਲੇ ਪੈੜੀ ਹੈ ਤੇ ਮੈਂ ਪਲਾਟ ਕੱਟੇ ਨੇ ਤੇ ਮੇਰਾ ਪਲਾਟ ਨਹੀਂ ਵਿਕਿਆ, ਮੈਂ ਤਾਂ ਨਹੀਂ ਗੁਰੂ ਰਾਮਦਾਸ ਨੂੰ ਬਣਦਾ। ਮੈਂ ਆਖਿਆ ਹੁਣ ਗੁਰੂ ਰਾਮਦਾਸ ਤੇਰੀ ਪ੍ਰਾਪਰਟੀ ਦਾ ਕੰਮ ਕਰੇ? ਆਹ ਸਾਡੀ ਹਾਲਤ ਜੇ, ਇਹ ਮੇਰੀ ਹੱਡ ਬੀਤੀ ਜੇ ਵੀ ਪਲਾਟ ਵਿਕ ਗਿਆ ਤੇ ਗੁਰੂ ਰਾਮਦਾਸ ਮੇਰਾ, ਜੇ ਨਹੀਂ ਵਿਕਿਆ ਤੇ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ। ਤੇ ਅਸੀਂ ਕਰਾਂਗੇ ਕੀ? ਯਾਦ ਰੱਖਿਆ ਜੇ ਗੁਰਮੁਖੋ, ਸੂਰਜ ਦਾ ਪ੍ਰਕਾਸ਼ ਸਾਨੂੰ ਉੱਚਾ ਨੀਵਾਂ ਵਿਖਾਉਣ ਵਾਸਤੇ ਬਣਿਆ, ਪਰ ਜੇ ਅੱਖਾਂ ਮੀੜ ਲਾਂਗੇ ਸੂਰਜ ਨੂੰ ਕੋਈ ਫਰਕ ਨਹੀਂ ਜੇ ਪੈਣਾ। ਜਿਹੜਾ ਸੂਰਜ ਦਾ ਪ੍ਰਕਾਸ਼ ਹੈ ਨਾ, ਇਹ ਸਾਡੇ ਭਲੇ ਵਾਸਤੇ ਹੈ। ਅਸੀਂ ਉੱਚਾ ਨੀਵਾਂ ਥਾਂ ਵੇਖ ਕੇ ਲੰਘ ਜਾਈਏ ਤੇ ਜੇ ਆਪਾਂ ਆਖੀਏ ਵੀ ਮੈਂ ਅੱਖਾਂ ਨਹੀਂ ਖੋਲੀਆਂ, ਇਹ ਚਮਕਦਾ ਬੜਾ ਤੇ ਡਿੱਗ ਪਾਂਗੇ। ਇਸ ਕਰਕੇ ਬੇਨਤੀ ਕਰੀਏ, ਹੇ ਵਾਹਿਗੁਰੂ ਮੇਰਾ ਪਤਰਾਵਾ ਨਾ ਲਈ, ਮੈਂ ਪਾਸ ਨਹੀਂ ਹੋ ਸਕਦਾ। ਬਚਨੀ ਤੋਰ ਮੋਰ ਮਨ ਮਾਨੈ। ਇੱਕ ਮੇਰੇ ਤੇ ਕਿਰਪਾ ਕਰ,
ਮੇਰਾ ਸੁਭਾਅ ਮਨਮਰਜ਼ੀ ਦਾ ਬੜਾ ਹੈ। ਮੈਨੂੰ ਆਪਣੇ ਬਚਨਾਂ ਦੇ ਮੁਤਾਬਕ ਤੋਰ ਨਾ ਕਰ। ਜਿਹੜੇ ਤੋਰ ਤੋਂ ਭਾਵ ਤੇਰੇ ਬਚਨ ਜਿਹੜੇ ਨੇ, ਬਚਨੀ ਤੋਰ ਜਿਹੜੇ ਤੇਰੇ ਬਚਨ ਨੇ। ਮੋਰ ਮਨ ਮਾਨੇ, ਮੇਰਾ ਮਨ ਤੇਰੇ ਬਚਨਾਂ ਨੂੰ ਮੰਨੇ। ਆਪਾਂ ਰੋਜ਼ਾਨਾ 4 ਪੌੜੀਆਂ ਮੰਨਣ ਦੀਆਂ ਪੜ੍ਹਦੇ ਹਾਂ। ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਮੰਨਿਆ ਨਾ, ਉਹਨਾਂ ਦੀ ਗੱਲ ਕਹੀ ਨਹੀਂ ਜੇ ਜਾਂਦੀ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਾਵੇ ਮੋਖ ਦਵਾਰ। ਇਹਨਾਂ 4 ਪੌੜੀਆਂ ਵਿੱਚ ਇੱਕੋ ਇੱਕ ਨੁਕਤਾ ਵੀ ਗੁਰਮੁਖਾ ਮੰਨਣਾ ਕਰ। ਆਪਾਂ ਮਨਾਉਣੇ ਆ ਵੀ ਆਹ ਮੇਰੀ ਮੰਨ ਲਾ, ਮੇਰੇ ਤੇ ਮਿਹਰ ਕਰ। ਤੁਹਾਡੇ ਬਚਨਾਂ ਦੇ ਮੁਤਾਬਕ ਮੇਰਾ ਮਨ ਮੰਨੇ, ਤੁਹਾਡੇ ਬਚਨਾਂ ਤੇ ਮੇਰਾ ਮਨ ਵਿਸ਼ਵਾਸ ਕਰੇ। ਜਨ ਕਉ ਪੂਰਨ ਦੀਜੈ। ਇੱਕ ਮੇਰੇ ਚੋਰ ਵੱਡੀ ਕਮੀ ਹੈ ਕਿ ਮੈਂ ਨਾ ਮੁਕੰਮਲਾ, ਮੈਂ ਅਧੂਰਾ ਹਾਂ। ਆਪਣੀ ਪੰਜਾਬੀ ਵਿੱਚ ਇੱਕ ਆਮ ਕਰ ਕਹਾਵਤ ਹੈ ਵੀ ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰਦੇ ਆਪਾਂ ਕਹਿੰਦੇ ਜੀ ਪੂਰਾ ਹੋ ਗਿਆ। ਬਿਲਕੁਲ ਗਲਤ ਗੱਲ ਸਾਡੀ। ਪੂਰਾ ਉਹ ਹੈ ਜਿਹੜਾ ਪੂਰੇ ਨਾਲ ਮਿਲ ਜਾਏ। ਅਸੀਂ ਅਧੂਰੇ ਹਾਂ। ਪੂਰੇ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਔਰ ਭਾਵੇਂ 7 ਤੇ 9 ਸਾਲ ਪਰ ਉਹ ਪੂਰਨ ਨੇ। ਪੂਰਾ ਭਗਤ ਪ੍ਰਹਲਾਦ, ਪੂਰਾ ਹੈ ਧਰੂ ਭਗਤ। ਵਰਿਆਂ ਦੇ ਕਰਕੇ ਕੋਈ ਪੂਰਾ ਨਹੀਂ। ਫਿਰ ਇੱਕ ਹੋਰ ਕੰਮ, ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰੇ ਨਾ, ਉਹਦੇ ਤੇ ਹੁਣ ਕਿਉਂਕਿ ਅੱਗੇ ਤਾਂ ਬਦਾਮ ਸੁੱਟਦੇ, ਸਾਨੂੰ ਮੂੰਗਫਲੀ ਸੁੱਟਣ ਲੱਗ ਪਏ ਨੇ, ਤੇ ਨਾਲ ਮਖਾਣੇ ਸੁੱਟਣਗੇ ਸੁੱਟਦੇ ਨੇ। ਆਖੇ ਜੀ ਬਾਪੂ ਨੂੰ ਵੱਡਾ ਕੀਤਾ ਗੁਰਮੁਖੋ, ਮਖਾਣੇ ਤੇ ਬਦਾਮਾਂ ਦੀਆਂ ਗਿਰੀਆਂ ਉੱਪਰ ਸੁੱਟਣਾ ਵੱਡਾ ਨਹੀਂ ਹੋਣਾ, ਵੱਡਾ ਜਿਹੜਾ ਵੱਡੇ ਨਾਲ ਜੁੜ ਜਾਏ। ਇਹ ਬੜਾ ਰਿਵਾਜ ਸਾਡੇ ਸਮਾਜ ਵਿਖਾਉਣ ਲਈ ਵੀ ਬਾਪੂ ਮਰ ਗਿਆ ਵਿਚਾਰਾ ਖੰਘਦਾ ਖੁਸ਼ਕੀ ਨਾਲ, ਤੇ ਮਰਿਆਂ ਤੋਂ ਬਾਅਦ ਉੱਪਰ ਮਖਾਣੇ ਸੁੱਟਣਗੇ ਤੇ ਰਿਓੜੀ ਮਖਾਣੇ ਤੇ ਹੋਰ ਸ਼ਵਾਰੇ ਸੁੱਟਣਗੇ। ਬਾਪੂ ਨੂੰ ਵੱਡਿਆਂ ਕੀਤਾ। ਮੈਨੂੰ ਕਈ ਕਹਿੰਦੇ ਗਿਆਨੀ ਜੀ ਇਹਦਾ ਅੰਤਰੀ ਅਰਥ। ਮੈਂ ਕਿਹਾ ਹੈ। ਮੈਂ ਕਿਹਾ ਇਹਦਾ ਅੰਤਰੀ ਅਰਥ ਹੈ ਵੀ ਕਹਿੰਦੇ ਬਾਪੂ ਸ਼ੁਕਰ ਕੀਤਾ ਵੀ ਤੂੰ ਮਗਰੋਂ ਲੱਥਾ ਤੇ ਮੰਜਾ ਵਿਹਲਾ ਹੋਇਆ। ਖੁਸ਼ੀ ਹੈ ਨਾ। ਪਰ ਨਹੀਂ ਤੇ ਦਾਦਾ ਮਰਿਆ ਤੇ ਆਪਾਂ ਬਦਾਮ ਸੁੱਟ ਕੇ, ਬਦਾਮ ਖੁਸ਼ੀ ਦਾ ਪ੍ਰਤੀਕ ਹੈ ਨਾ। ਇਹਦਾ ਭਾਵ ਖੁਸ਼ੀ ਹੋਈ ਨਾ ਵੀ ਥਾਂ ਖਾਲੀ ਹੋ ਗਿਆ। ਇਹ ਨਾ ਕਰਿਆ ਕਰੋ। ਪੂਰਾ ਉਹ ਹੈ ਜਿਹੜਾ ਪੂਰੇ ਨਾਲ ਮਿਲ ਜਾਏ। ਵੱਡਾ ਉਹ ਹੈ ਜਿਹੜਾ ਵੱਡੇ ਨਾਲ ਮਿਲ ਜਾਏ। ਮੇਰੇ ਮਾਲਕਾ, ਮੇਰੇ ਤੇ ਮਿਹਰ ਕਰਕੇ ਮੈਂ ਮਨਮਰਜ਼ੀ ਬੜੀ ਕਰਦਾ ਤੇ ਮੈਂ ਤੁਹਾਡੇ ਬਚਨਾਂ ਦੇ ਮੁਤਾਬਕ ਚੱਲਾਂ, ਤਾਂ ਕਿ ਪੂਰੇ ਨਾਲ ਜੁੜਨ ਕਰਕੇ ਮੇਰਾ ਜੀਵਨ ਸੰਪੂਰਨ ਹੋ ਜਾਏ, ਮੁਕੰਮਲ ਹੋ ਜਾਏ। ਹਉ ਬਲ ਬਲ ਜਾਓ ਰਮਈਆ ਕਾਰਨੇ। ਇਹ ਪਰਿਪੂਰਨ ਪ੍ਰਮਾਤਮਾ, ਮੈਂ ਤੇਥੋਂ ਸਦਕੇ ਜਾਵਾਂ। ਜਿਹੜੀਆਂ ਗੁਰਮੁਖੋ ਆਪਾਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾਂ ਕਰਦੇ ਆ ਨਾ, ਇਹਦਾ ਅੰਤਰੀਵ ਅਰਥ ਇਹ ਵੀ ਸੱਚੇ ਪਾਤਸ਼ਾਹ ਮੈਂ ਤੇਥੋਂ ਬਲਿਆਰ ਜਾਣਾ, ਮੈਂ ਤੇਥੋਂ ਸਦਕੇ ਜਾਣਾ। ਸੰਤ ਗਿਆਨੀ ਗੋਬਿੰਦ ਸਿੰਘ ਖਾਲਸਾ ਜਿਹੜੇ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਸਨ, ਉਹ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ 13 ਪ੍ਰਕਰਮਾਂ ਕਰਦੇ ਸਨ। 13 ਪ੍ਰਕਰਮਾਂ। ਤੇ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਣਾ ਨਾ, ਉਹਨਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੂੰ ਚੌਰ ਕਰੀ ਜਾਣਾ 2-2 ਘੰਟੇ। ਇਹ ਕਾਹਦੇ ਲਈ? ਹਉ ਬਲ ਬਲ ਜਾਉ ਰਵਈਆ ਕਰਨੇ। ਤੇਰੀ ਰਹਿਮਤ ਵਾਸਤੇ, ਤੇਰੀ ਕਿਰਪਾ ਵਾਸਤੇ ਮੈਂ ਤੇਥੋਂ ਸਦਕੇ ਜਾਂਦਾ ਹਾਂ। ਕਾਰਨ ਕਵਨ ਅਬੋਲ। ਸਾਡੇ ਸਮਾਜ ਦੇ ਮੁਤਾਬਕ ਗੁਰਮੁਖੋ ਜਿਹਦੇ ਨਾਲ ਸਾਂਝ ਪਾਉਣੀ, ਆਪਾਂ ਉਹਦੇ ਨਾਲ ਬੋਲ ਚਾਲ ਕਰਦੇ ਹਾਂ, ਤੇ ਜਿਹਦੇ ਨਾਲ ਸਾਡਾ ਮਨਮੁਟਾਵ ਹੋ ਜਾਏ ਆਪਾਂ ਕਹਿੰਦੇ ਜੀ ਸਾਡੀ ਬੋਲ ਚਾਲ ਨਹੀਂ। ਕਿਸੇ ਨਾਲ ਸੰਬੰਧ ਦਾ ਇੱਕੋ ਇੱਕ ਤਰੀਕਾ ਸਮਾਜਿਕ, ਜਿਹਦੇ ਨਾਲ ਬੋਲ ਚਾਲ ਅਸੀਂ ਕਹਿੰਦੇ ਆਪਣਾ, ਤੇ ਜਿਹਦੇ ਨਾਲ ਸੰਬੰਧ ਤੋੜਨੇ ਅਸੀਂ ਕਹਿੰਦੇ ਸਾਡੀ ਬੋਲ ਚਾਲ ਨਹੀਂ। ਜਿਹੜਾ ਬੋਲਣਾ ਨਾ, ਇੱਕ ਸਾਂਝ ਪਾਉਣੀ ਹੈ। ਇਸੇ ਤਰ੍ਹਾਂ ਗੁਰਮੁਖ ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੀ ਆਪਾਂ ਵਿਚਾਰ ਕਰਦੇ ਆ ਨਾ, ਬਾਣੀ ਬੋਲਦੇ ਆ, ਸਾਂਝ ਪਾਉਣੀ ਹੈ। ਇੱਥੇ ਇੱਕ ਹੋਰ ਨੁਕਤਾ ਗੁਰਮਨ ਦਾ,
ਕਈ ਕਹਿੰਦੇ ਗਿਆਨੀ ਜੀ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਤਾਂ ਨਹੀਂ ਮੰਨਦੇ, ਬੋਲਦਾ ਨਹੀਂ। ਆ ਜਿਹੜੇ ਜਾਂਦੇ ਨੇ ਦੇਹ ਧਾਰੀਆਂ ਦੇ ਕੋਲ ਨਾਮ ਲੈਣ, ਫੂਕਾਂ ਮਰਾਉਣ ਕੰਨਾਂ 'ਚ, ਇਹ ਉਹਨਾਂ ਦਾ ਸਾਡੇ ਤੇ ਸਵਾਲ ਹੈ। ਆਖੇ ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਬੋਲਦਾ ਨਹੀਂ। ਤੇ ਮੈਂ ਉਹਨਾਂ ਵੀਰਾਂ ਨੂੰ ਇਹ ਕਹਿਣਾ ਵੀ ਜਦੋਂ ਬੰਦਾ ਪਾਗਲ ਹੋ ਜਾਏ ਨਾ, ਬਹੁਤਾ ਪਾਗਲ, ਤੇ ਉਹ ਆਪਣੇ ਆਪ ਇਕੱਲਾ ਬੋਲੀ ਜਾਂਦਾ। ਇਹ ਪਾਗਲ ਦੀ ਨਿਸ਼ਾਨੀ। ਜਦੋਂ ਇਕੱਲਾ ਗੱਲਾਂ ਕਰ ਲੱਗ ਨਾ, ਤੇ ਆਪਾਂ ਕਹਿੰਦੇ ਵੀ ਗੁਰਮੁਖੋ ਦਵਾਈ ਬੂਟੀ ਬਣਾਓ, ਇਹਨੂੰ ਖਵਾਓ, ਹੋ ਸਕਦਾ ਵੀ ਜੇ ਦੀ ਹਾਲਤ ਹੋਰ ਖਰਾਬ ਗਈ ਤੇ ਪਾਗਲ ਨਾ ਹੋ ਜਾਏ, ਕਮਲਾ ਨਾ ਹੋ ਜਾਏ। ਜਿਹੜਾ ਬਿਨਾਂ ਬੁਲਾਏ ਤੋਂ ਬੋਲਦਾ ਪਾਗਲ ਹੈ, ਜਿਹੜਾ ਬਿਲਕੁਲ ਨਹੀਂ ਬੋਲਦਾ ਉਹ ਗੁੰਗਾ ਹੈ। ਤੇ ਇਹ ਵੀ ਆਪਾਂ ਕਹਿੰਦੇ ਫਲਾਣਾ ਬੰਦਾ ਤਾਂ ਗੁਰਮੁਖੋ ਮੁੱਲ ਦਾ ਬੋਲਦਾ ਹੈ, ਜੇ ਗੱਲ ਕਰਨੀ ਤੇ ਕੰਮ ਦੀ ਕਰਨੀ, ਵਾਧੂ ਬਕ ਨਹੀਂ ਕਰਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਅਸੀਂ ਅਖੰਡ ਪਾਠ ਕਰਾਉਣੇ, ਆਪਣੇ ਘਰਾਂ ਵਿੱਚ ਸਹਿਜ ਪਾਠ ਕਰਾਉਣੇ ਆ। ਇਹ ਲਗਾਤਾਰ 48 ਘੰਟੇ ਬੋਲਦਾ, ਪਰ ਜੇ ਬੁਲਾਈਏ ਤੇ ਜਦੋਂ ਅਖੰਡ ਪਾਠ ਆਪਾਂ ਕਰਾਉਣੇ ਆ ਬੋਲਦਾ ਨਹੀਂ, ਜਦੋਂ ਬੁਲਾਉਣੇ ਉਦੋਂ ਬੋਲਦਾ। ਅਸੀਂ ਥੱਕ ਜਾਂਦੇ, ਪਰ ਇਹ ਨਹੀਂ ਥੱਕਦਾ। ਮੈਂ ਆਪਣੀ ਅੰਦਰ ਦੀ ਤਹਿ ਤੋਂ ਜਿਹੜੀ ਬੇਨਤੀ ਕਰਦਾ ਨਾ, ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੀ ਗੱਲ ਹੈ, ਸਾਡੇ ਨਾਲ ਬੋਲਦੇ ਕਿਉਂ ਨਹੀਂ? ਜਦੋਂ ਹੁਕਮਨਾਮਾ ਆਉਂਦਾ ਨਾ, ਤੇ ਇਹਦਾ ਭਾਵ ਗੁਰੂ ਬੋਲਿਆ, ਤੂੰ ਕਹਿੰਦਾ ਗੁਰਮੁਖਾ ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲ। ਅੱਜ ਬੋਲਿਆ ਨਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵੀ ਗੁਰਮੁਖਾ ਇਉਂ ਅਰਦਾਸ ਕਰਿਆ ਕਰ ਪਰਿਪੂਰਨ ਪ੍ਰਮਾਤਮਾ ਦੇ ਅੱਗੇ। ਕਾਰਨ ਕਵਨ ਅਬੋਲ, ਕੀ ਵਜ੍ਹਾ ਹੈ? ਆਪ ਬੋਲਦੇ ਨਹੀਂ, ਰਹਾਉ। ਵਿਸਰਾਮ ਦੇ ਕਰਕੇ ਦਇਆ ਕਰਦੇ ਹਨ। ਬਹੁਤ ਜਨਮ ਵਿਸ਼ੁਰੇ ਥੇ ਮਾਦੋ। ਇਹ ਧਾ ਜਾਣ ਵਾਲੀ ਮਾਇਆ ਦੇ ਪਤੀ, ਬੜੇ ਜਨਮਾਂ ਦਾ ਤੁਹਾਡੇ ਨਾਲ ਵਿਛੋੜਾ ਪਿਆ ਹੈ। ਆਪਾਂ ਪੜ੍ਹਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰੰਗਾ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਆਪਾਂ ਪਸ਼ੂਆਂ ਦੇ ਕੱਟੇ, ਪੰਛੀ ਬਣੇ, ਦਰਖਤ ਬਣੇ। ਇਸ ਕਰਕੇ ਕਿਰਪਾ ਕਰ। ਸਿਆਲਕੋਟ ਦੀ ਘਟਨਾ ਕਿ ਉੱਥੇ ਇੱਕ ਬਾਬਾ ਇਸ ਗੱਲ ਦਾ ਸ਼ਿਲਾ ਕੱਢ ਰਿਹਾ ਵੀ ਮੈਂ ਇਹ ਨਗਰ ਨੂੰ ਗਰਕ ਕਰ ਦੇਣਾ। ਜਿਹੜੀ ਬਾਬੇ ਦੀ ਬਿਰਖ ਤੇ ਇਤਿਹਾਸ ਪੜ੍ਹਿਆ ਸਿਆਲਕੋਟ ਦਾ, ਚਲੀਸਾ ਕੱਟ ਰਿਹਾ, ਅੰਦਰ ਵੜ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਗਏ। ਉਹਦੇ ਸੇਵਾਦਾਰਾਂ ਨੇ ਆਖਿਆ ਵੀ ਪੀਰ ਜੀ ਨੇ 40 ਦਿਨ ਬੋਲਣਾ ਨਹੀਂ, ਉਹ ਅੱਲਾ ਦੀ ਬਾਤ ਕਰਦੇ ਨੇ। ਇਹ ਪਿੰਡ ਬੜਾ ਕਿਰਤ ਘਾਣਾ ਹੈ, ਉਹਨਾਂ ਦਾ ਫੁਰਨਾ ਪਿੰਡ ਨੂੰ ਗਰਕ ਕਰਨ ਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨੂੰ ਮਿਲੇ ਤੇ ਕਹਿਣ ਲੱਗੇ, ਉਹਦਾ ਨਾਮ ਸ਼ਾਇਦ ਹਮਜਾ ਗਾਉਂ ਸੀ, ਕਹਿਣ ਲੱਗੇ ਕੰਮ ਠੀਕ ਨਹੀਂ। ਕਹਿਣ ਲੱਗਾ ਜੀ ਨਗਰ ਬੜਾ ਮਾੜਾ ਹੈ। ਕੀ ਗੱਲ ਹੋ ਗਈ? ਕਹਿੰਦੇ ਜੀ ਇਹਨਾਂ ਦੇ ਘਰ ਬੱਚਾ ਨਹੀਂ ਸੀ, ਮੈਂ ਅਰਦਾਸ ਕੀਤੀ ਤੇ ਕਹਿਣ ਲੱਗੇ ਜੀ ਸਾਡੇ ਕੋਲ ਇੱਕ ਹੈ, ਤੇ ਫਿਰ ਅਰਦਾਸ ਕੀਤੀ 3 ਹੋ ਗਏ, ਤੇ ਮੈਂ ਇੱਕ ਮੰਗਿਆ ਤੇ ਇਹਨਾਂ ਦਿੱਤਾ ਨਹੀਂ। ਇੱਥੇ ਇੱਕ ਹੋਰ ਮੈਂ ਤੁਹਾਨੂੰ ਬੇਨਤੀ ਕਰਾਂ, ਅਸੀਂ ਗੁਰਮਤਿ ਤੋਂ ਟੇਢੇ ਹੋ ਕੇ ਇੱਕ ਨਵਾਂ ਭੁਲੇਖਾ ਖਾਂਦੇ ਹਾਂ। ਅਸੀਂ ਗ੍ਰੰਥੀ ਹਾਂ, ਸਾਨੂੰ ਤੁਸੀਂ ਕਹਿੰਦੇ ਗਿਆਨੀ ਜੀ ਅਰਦਾਸ ਕਰੋ। ਗੁਰੂ ਨੇ ਅਰਦਾਸ ਪ੍ਰਵਾਨ ਕਰੀ ਤੇ ਅਸੀਂ ਕਹਿੰਦੇ ਜੀ ਫਲਾਣੇ ਗਿਆਨੀ ਕੋਲ ਅਰਦਾਸ ਕਰਾਓ, ਉਹਦੀ ਅਰਦਾਸ ਪੂਰੀ ਹੋ ਜਾਂਦੀ ਹੈ। ਮੁੜ ਕੇ ਸਾਡੇ ਗੋਡਿਆਂ ਨੂੰ ਚੰਬੜ ਜਾਂਦੇ ਹੋ। ਭਲਿਓ, ਅਰਦਾਸ ਨੂੰ ਪੂਰੀਆਂ ਕਰਨ ਵਾਲਾ ਵੱਡਾ, ਅਰਦਾਸ ਕਰਨ ਵਾਲਾ ਵੱਡਾ ਨਹੀਂ। ਇਹ ਭੁਲੇਖਾ ਨਾ ਖਾਇਆ ਕਰੋ। ਫਲਾਣੇ ਨੇ ਅਰਦਾਸ ਕੀਤੀ ਤੇ ਕਾਰਜ ਹੋ ਗਿਆ, ਬੜੀ ਚੰਗੀ ਗੱਲ। ਗੁਰਮਤਿ ਅਰਦਾਸ ਕਰਾਉਣੀ ਠੀਕ ਹੈ, ਗਲਤ ਨਹੀਂ, ਮਨਮਤ ਨਹੀਂ, ਪਰ ਅਰਦਾਸ ਨੂੰ ਪੂਰੀਆਂ ਕਰਨ ਵਾਲਾ ਵੱਡਾ ਹੈ, ਅਰਦਾਸ ਕਰਨ ਵਾਲਾ ਵੱਡਾ ਨਹੀਂ। ਅਸੀਂ ਅਰਦਾਸ ਨੂੰ ਪੂਰੀਆਂ ਕਰਨ ਵਾਲੇ ਨੂੰ ਭੁੱਲ ਜਾਂਦੇ ਤੇ ਅਰਦਾਸ ਕਰਦਾ ਉਹਦੇ ਗੋਡੀ ਚੰਬੜ ਜਾਂਦੇ ਆ। ਮੇਰੀ ਗੱਲ ਨੂੰ ਪਿਕਅਪ ਕਰੋ, ਬੜੀ ਸਾਦੀ ਜੀ ਗੱਲ ਹੈ। ਸਾਡੀ ਡਿਊਟੀ ਹੈ, ਜਿਵੇਂ ਜੱਜ ਦੇ ਕੋਲ ਇੱਕ ਪਰਚੀ ਅੰਦਰ ਦੇਈਦੀ ਹੈ, ਬੂਹੇ ਅੱਗੇ ਖਲੋਤਾ ਹੁੰਦਾ ਆਵਾਜ਼ਾਂ ਮਾਰਨ ਵਾਲਾ, ਆਵਾਜ਼ਾਂ ਮਾਰਨ ਵਾਲਾ ਆਵਾਜ਼ਾਂ ਮਾਰਨ ਵਾਲਾ ਹੈ, ਪਰ ਫੈਸਲੇ ਸੁਣਾਉਣ ਵਾਲਾ ਜੱਜ ਹੋਰ ਹੈ। ਅਸੀਂ ਜੱਜ ਨਾਲ ਜੁੜੀਏ। ਕਹਿਣ ਲੱਗੇ ਜਿਹੜਾ ਇਹ ਨਗਰ ਹੈ ਨਾ, ਇਹਨਾਂ ਦੇ ਘਰ ਔਲਾਦ ਨਹੀਂ ਸੀ। ਮੈਂ ਅਰਦਾਸ ਕੀਤੀ ਤੇ ਮੈਂ ਕਿਹਾ ਇੱਕ ਬੱਚਾ ਮੈਨੂੰ ਦੇ ਦੇ। ਕਹਿੰਦੇ ਵੀ ਦੇ ਦਿਆਂਗੇ, ਤੇ 3 ਹੋ ਗਏ, ਦਿੱਤੇ ਨਹੀਂ, ਮੈਂ ਨਗਰ ਗਰਕ ਕਰ ਦੇਣਾ। ਮੇਰੇ ਪਾਤਸ਼ਾਹ ਕਹਿੰਦੇ ਕਾੜਾ ਨਾ ਪਾਓ ਪੀਰ, ਸਬਰ ਕਰ। ਇੱਕ ਟਕਾ ਦਿੱਤਾ ਭਾਈ ਮਰਦਾਨਾ ਜੀ ਨੂੰ,
ਇਹ ਸਿਆਲਕੋਟ ਦੇ ਗੁਰਦੁਆਰੇ ਦਾ ਇਤਿਹਾਸ ਹੈ। ਜਾ ਭਾਈ ਮਰਦਾਨਿਆ ਸੌਦਾ ਲੈ ਕੇ ਆ ਸੱਚ ਤੇ ਝੂਠ ਦਾ। ਭਾਈ ਮਰਦਾਨਾ ਜੀ ਦੁਕਾਨਾਂ ਤੇ ਗਏ, ਕਹਿਣ ਲੱਗੇ ਬਾਬਾ ਜੀ ਸੌਦਾ ਹੈ ਹੀ ਨਹੀਂ। ਇੱਕ ਦੁਕਾਨ ਤੇ ਗਏ ਤੇ ਕਹਿੰਦਾ ਬਾਬਾ ਟਕਾ ਕੱਢ ਤੇ ਸੌਦਾ ਲੈ। ਭਾਈ ਮਰਦਾਨਾ ਜੀ ਨੇ ਟਕਾ ਦਿੱਤਾ। ਉਹਨੇ ਇੱਕ ਪਰਚੀ ਤੇ ਲਿਖਿਆ ਜਿਉਣਾ ਝੂਠ, ਦੂਜੀ ਤੇ ਲਿਖਿਆ ਮਰਨਾ ਸੱਚ। ਤੇ ਭਾਈ ਸਾਹਿਬ ਨੇ ਪਰਚੀਆਂ ਲਈਆਂ, ਗੁਰੂ ਪਾਤਸ਼ਾਹ ਦੇ ਅੱਗੇ ਰੱਖੀਆਂ ਤੇ ਕਹਿਣ ਲੱਗੇ ਭਲਿਆ ਪੁਰਸ਼ਾ, ਇਹੋ ਜਿਹੇ ਮਹਾਂਪੁਰਸ਼ ਵੀ ਇੱਥੇ ਰਹਿੰਦੇ ਹੀ ਜਿਨ੍ਹਾਂ ਨੇ ਮਰਨ ਨੂੰ ਝੂਠ ਜਾਣਿਆ ਤੇ ਮਰਨ ਨੂੰ ਸੱਚ ਜਾਣਿਆ ਤੇ ਜਿਉਣ ਨੂੰ ਝੂਠ ਸਮਝਿਆ। ਨਾਲ ਹੀ ਉਹ ਦੁਕਾਨਦਾਰ ਨੇ ਸੋਚਿਆ ਵੀ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਮਿਲੀਏ। ਆਇਆ, ਉਹਦਾ ਨਾਮ ਮੂਲਾ ਸੇਠ ਕਰਕੇ ਅਸੀਂ ਪੜ੍ਹਦੇ ਹਾਂ, ਭਾਈ ਮੂਲਾ। ਸਤਿਗੁਰੂ ਪਾਤਸ਼ਾਹ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਵੀ ਨਾਲ ਹੀ ਤੁਰ ਪਿਆ। 6 ਮਹੀਨੇ ਲੰਘ ਗਏ। ਉਸ ਮੌਕੇ ਦੀ ਕ੍ਰੀਤੀ ਦੇ ਮੁਤਾਬਕ ਉਹਦਾ ਭਾਈਚਾਰਾ ਕਹਿਣ ਲੱਗਾ ਵੀ ਤੇਰਾ ਘਰ ਵਾਲਾ ਬੀਬੀ ਮਰ ਗਿਆ, ਤੈਨੂੰ ਸਤੀ ਹੋਣਾ ਚਾਹੀਦਾ, ਕਿਉਂਕਿ ਪਤਾ ਨਹੀਂ ਲੱਗਦਾ ਉਹਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੂਲਿਆ ਵੀ ਤੇਰੇ ਕੱਲ ਆਹ ਗੜਬੜ ਹੋਣ ਲੱਗੀ ਹੈ। ਤੇ ਕਹਿਣ ਲੱਗਾ ਜੀ ਹੁਣ ਕਿਰਪਾ ਕਰੋ ਮੈਨੂੰ ਪਹੁੰਚਾਓ, ਮੇਰੀ ਘਰ ਵਾਲੀ ਮਰ ਨਾ ਜਾਏ, ਜਲਦੀ ਕਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੂਲਿਆ ਕਾਹੜਾ ਨਾ ਪਾਓ, ਜਿਹੜੇ ਪ੍ਰਮਾਤਮਾ ਨੇ ਇੱਥੇ ਲੈ ਆਉਂਦਾ ਉਹ ਤੇਰੀ ਘਰ ਵਾਲੀ ਨੂੰ ਬਚਾ ਲੇਗਾ, ਲੈ ਚੱਲੇਗਾ। ਮੁੱਕਦੀ ਗੱਲ ਵੀ ਉਹ ਆ ਗਿਆ, ਪਰਿਵਾਰ ਵਿੱਚ ਵਸਣ ਲੱਗਾ। ਕੁਝ ਸਮੇਂ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਸਿਆਲਪੁਰ ਗਏ ਤੇ ਕਹਿੰਦੇ ਮਰਦਾਨੇ ਇੱਥੇ ਆਪਣਾ ਕੋਈ ਪਿਆਰਾ ਰਹਿੰਦਾ ਤੇ ਚੱਲ ਮਿਲ ਚੱਲੀਏ। ਜਦੋਂ ਮੋੜ ਤੋਂ ਮੁੜੇ ਨੇ ਨਾ ਤੇ ਘਰ ਵਾਲੀ ਨੇ ਵੇਖਿਆ ਤੇ ਕਹਿਣ ਲੱਗੀ ਉਹ ਬਾਬੇ ਆ ਗਏ ਮੇਰੇ ਘਰ ਪੁੱਟ ਕੇ ਲੈ ਗਏ ਸੀ ਅੱਗੇ। ਕਹਿਣ ਲੱਗੇ ਉਂਤਰਿਆ ਲੁਕ ਜਾ ਸੱਜੇ ਖੱਬੇ ਹੋਣਾ। ਕਹਿੰਦਾ ਕਿੱਥੇ ਲੁਗਾ, ਉਹ ਪਾਥੀਆਂ ਪਾਦੀ ਸੀ। ਕਹਿਣ ਲੱਗੀ ਪਾਥੀਆਂ 'ਚ ਵੜ ਜਾ। ਇਹ ਉਹ ਬੰਦਾ ਕਹਿ ਰਿਹਾ ਜਿਹੜਾ ਕਦੇ ਕਹਿੰਦਾ ਸੀ ਮਰਨਾ ਸੱਚ ਜਿਉਣਾ ਝੂਠ, ਅੱਜ ਮੋਹ ਮਮਤਾ 'ਚ ਆ ਗਿਆ ਤੇ ਗੁਰਮੁਖੋ ਗੁਰੂ ਭੁੱਲ ਗਿਆ ਤੇ ਪਾਥੀਆਂ ਵਿੱਚ ਆ ਵੜਿਆ। ਇਹ ਗੱਲ ਉਹਦੀ ਨਹੀਂ ਸਾਡੀ ਵੀ। ਜੇ ਸੱਪ ਲੜਿਆ, ਜਦੋਂ ਸੱਪ ਲੜਿਆ ਤੇ ਹਾਏ ਆਖਿਆ ਨਾ, ਜਦੋਂ ਲੋੜ ਪੈਂਦੀ ਉਦੋਂ ਗੁਰੂ ਦਾ ਚੇਤਾ ਆਉਂਦਾ ਤੇ ਜਦੋਂ ਕੰਮ ਹੋ ਜਾਏ ਉਦੋਂ ਗੁਰੂ ਭੁੱਲ ਜਾਂਦੇ ਆਪਾਂ। ਜਿਹੜੇ ਗੁਰੂ ਨੂੰ ਵੇਖ ਕਰਕੇ ਪਾਥੀਆਂ 'ਚ ਵੜਿਆ ਸੀ, ਕਹਿੰਦਾ ਉੱਥੇ ਲੈ ਚਲੋ ਮੈਨੂੰ ਸ਼ਾਇਦ ਬਚ ਜਾ। ਹਜ਼ੂਰ ਕਹਿੰਦੇ ਮੂਲਿਆਂ ਨੂੰ ਚੱਕਰ ਚੱਲ ਗਿਆ ਪਿਆਰਿਆ, ਪਰ ਕੋਈ ਨਹੀਂ, ਤੂੰ ਸਾਡਾ ਪਿਆਰਾ, ਤੇਰਾ ਖਿਆਲ ਰੱਖਾਂਗੇ, ਭੁੱਲਦੇ ਨਹੀਂ। ਜਿਹੜੀ ਥੋੜ੍ਹੀ ਜਿਹੀ ਦੇਰੀ ਕੀਤੀ ਬੜਾ ਲੰਮਾ ਫਰਕ ਪੈ ਗਿਆ। ਜਦੋਂ ਆ ਦੌੜਾਂ ਹੁੰਦੀਆਂ ਨੇ ਨਾ, ਇੱਕ 40 ਪਿੱਛੇ ਰਹਿ ਗਿਆ ਤੇ ਗੁਰਮੁਖੂ ਦੇ ਨੰਬਰ ਕੱਟੇ ਜਾਂਦੇ ਨੇ, ਉਹ 3rd ਹੋ ਜਾਂਦਾ, ਤੀਜੇ ਨੰਬਰ ਤੇ ਆ ਜਾਂਦਾ। ਕਹਿਣ ਲੱਗੇ ਫੇਰ ਵੀ ਆਪਣਾ 10ਵਾਂ ਜਾਮਾ ਆਇਆ, ਸਾਇਆ ਫਿਰਦਾ ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਲਿਆਓ ਤੀਰ। ਆ ਗਿਆ ਨੇ ਸਾਡਾ ਮੂਲਾ, ਤੀਰ ਮਾਰਿਆ, ਮੂਲੇ ਦੀ ਮੌਤ ਹੋਈ। ਜਿੱਥੇ ਗੁਰਦੁਆਰਾ ਬਣਿਆ ਸ਼ਿਕਾਰ ਘਾਟ। ਪਾਤਸ਼ਾਹ ਕੌਣ ਸੀ? ਕਹਿੰਦੇ ਗੁਰਮੁਖੋ ਕੀ ਦਸੀਏ, ਇਹ ਸਾਡਾ ਸਿਆਲਕੋਟ ਵਾਲਾ ਸੇਠ ਸੀ ਜਿਹੜਾ ਕਹਿੰਦਾ ਸੀ ਮਰਨਾ ਸੱਚ ਤੇ ਜਿਉਣਾ ਝੂਠ। ਯਾਦ ਰੱਖਿਆ ਜੇ ਸਾਨੂੰ ਭਾਵੇਂ ਭੁੱਲ ਜੇ ਪਰ ਗੁਰੂ ਨੂੰ ਨਹੀਂ ਜੇ ਭੁੱਲਦਾ। ਇਸ ਕਰਕੇ ਅਸੀਂ ਬੇਨਤੀ ਕਰਨੀ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਕਈ ਜਨਮਾਂ ਦੇ ਤੇਰੇ ਨਾਲੋਂ ਟੁੱਟਿਆਂ, ਪਰ ਹੁਣ ਕਿਰਪਾ ਕਰੀ ਇਹੋ ਜਨਮ ਤੁਮਾਰੇ ਲੇਖੇ। ਜਿਹੜਾ ਮਨੁੱਖਾ ਜਨਮ ਮਿਲਿਆ ਤੇਰੇ ਲੇਖੇ 'ਚ ਲੱਗ ਜਾਏ। ਇਹਦੇ ਲੇਖੇ ਲਾਉਣ ਦਾ ਗੁਰਮੁਖ ਇੱਕ ਤਰੀਕਾ ਹੈ, ਉਹਨੂੰ ਚੇਤੇ ਰੱਖੀਏ, ਉਹਦੀ ਸੇਵਾ ਕਰੀਏ। ਜਿਵੇਂ ਪੰਛੀ ਉੱਡਦਾ ਨੇ ਤੇ 2 ਖੰਭ ਹੁੰਦੇ ਨੇ, ਇਸੇ ਤਰ੍ਹਾਂ ਇੱਕ ਖੰਭ ਜੇ ਸੇਵਾ ਦਾ, ਇੱਕ ਖੰਭ ਜੇ ਸਿਮਰਨ ਦਾ। ਤਨ ਨਾਲ ਸੇਵਾ ਕਰਨੀ ਹੈ, ਮਨ ਨਾਲ ਸਿਮਰਨ ਕਰਨਾ ਹੈ। ਇਸ ਕਰਕੇ ਮੇਰੇ ਵਾਹਿਗੁਰੂ ਮੇਰੇ ਤੇ ਮਿਹਰ ਕਰ, ਇਹ ਜਨਮ ਲੇਖੇ ਵਿੱਚ ਲੱਗ ਜਾਏ। ਕਹਿ ਰਵਿਦਾਸ ਆਸ ਲਗ ਜੀਵੋ। ਜਦੋਂ ਵੀ ਮੈਂ ਗੁਰਮੁਖੀ ਪੰਕਤੀ ਪੜ੍ਹਦਾ ਤੇ ਮੈਨੂੰ ਇੱਕ ਅੰਗਰੇਜ਼ੀ ਦਾ ਅਖਾਣ ਚੇਤੇ ਆ ਜਾਂਦਾ, ਫਟ ਹੋਪ ਸਸਟੇਨਡ ਲਾਈਫ। ਜ਼ਿੰਦਗੀ ਆਸ ਨਾਲ ਚੱਲਦੀ ਹੈ। ਗੁਰਮੁਖਾ ਗੁਰੂ ਘਰ ਵਿੱਚ ਆ ਕੇ ਝਾਕ ਨਾ ਲਾ ਵੀ ਕੰਮ ਨਹੀਂ ਬਣਨਾ, ਬਣੇਗਾ ਲਾਜ਼ਮੀ। ਕਹਿ ਰਵਿਦਾਸ ਆਸ ਲਗ ਜੀਵੋ, ਜਿੰਨਾ ਚਿਰ ਮੇਰੇ 'ਚ ਪ੍ਰਾਣ ਨੇ ਕਿਰਪਾ ਕਰੀ
ਮੈਂ ਤੇਰੇ ਤੇ ਆਸ ਰੱਖਾਂ, ਮੇਰਾ ਤੇਰੇ ਤੇ ਭਰੋਸਾ ਬਣਿਆ ਰਹਿ। ਚਿਰ ਭਇਓ ਦਰਸ਼ਨ ਦੇਖੇ। ਬੜਾ ਸਮਾਂ ਹੋਇਆ ਤੇਰੇ ਨਾਲ ਇਕਮਿਕ ਹੋਇਆ, ਹੁਣ ਕਿਰਪਾ ਕਰੀ ਆਪਣੇ ਵਿੱਚ ਅਭੇਦ ਕਰ ਲਈ। ਇਹ ਅਰਦਾਸ ਕਰਨ ਦਾ ਢੰਗ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਬਾਬਾ ਰਵਿਦਾਸ ਦੀ ਪਾਵਨ ਰਸਨਾ ਤੋਂ ਸਾਨੂੰ ਦੱਸਿਆ। ਹੁਣ ਲੜੀਵਾਰ ਕਥਾ ਵਿੱਚ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ, ਕਿਹੜੇ ਔਗੁਣਾਂ ਨੂੰ ਤਿਆਗਣਾ ਹੈ, ਇਸ ਦੋ ਪੱਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਸਮਝਾਇਆ, ਸਰਵਣ ਕਰੀਏ ਜੀ। ਮਾਇਆ ਮੋਹ ਬਿਵਰਜ ਸਮਾਏ। ਜਿਹੜੇ ਉਹ ਗੁਰਮੁਖ ਪਿਆਰੇ ਨੇ ਨਾ, ਬਵਰਦਾ ਭਾਵ ਰੋਕਣਾ। ਆਪਾਂ ਕਹਿੰਦੇ ਰੱਬ ਨੂੰ ਮਿਲਣ ਦਾ ਪ੍ਰੋਸੀਜਰ ਕੀ ਤਰੀਕਾ ਹੈ। ਸਤਿਗੁਰੂ ਪਾਤਸ਼ਾਹ ਜਿਹੜਾ ਮਾਇਆ ਦਾ ਮੋਹ ਹੈ ਨਾ, ਇਹ ਉਹਨਾਂ ਨੇ ਇਹਨੂੰ ਝਿੜਕਣਾ ਕੀਤਾ, ਰੋਕਣਾ ਕੀਤਾ ਹੈ। ਵਰਤੋਂ ਭਾਵ ਰੋਕਣਾ। ਮਾਇਆ ਦੇ ਮੋਹ ਨੂੰ ਉਹਨਾਂ ਰੋਕਣਾ ਕੀਤਾ, ਇਸ ਕਰਕੇ ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਹਨ। ਸਤਿਗੁਰ ਭੇਟ ਮੇਲ ਮਿਲਾਏ। ਜਦੋਂ ਪੂਰਨ ਸਤਿਗੁਰੂ ਪਾਤਸ਼ਾਹ ਨਾਲ ਮਿਲਾਪ ਹੋ ਜਾਏਗਾ ਨਾ, ਉਹ ਤੈਨੂੰ ਉਸ ਪ੍ਰਮਾਤਮਾ ਵਿੱਚ ਅਮਰਜ ਕਰ ਦੇਗਾ, ਭੇਦ ਕਰ ਦੇਗਾ। ਨਾਮ ਰਤਨ ਨਿਰਮੋਲਕ ਹੀਰਾ। ਦੁਨੀਆ ਦੇ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ, ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜਾ ਪਰਿਪੂਰਨ ਪ੍ਰਮਾਤਮਾ ਦਾ ਨਾਮ ਹੈ ਨਾ, ਉਹਦਾ ਕੋਈ ਕੀਮਤ ਨਹੀਂ। ਆਪਾਂ ਪੰਕਤੀਆਂ ਪੜ੍ਹਦੇ ਹਾਂ, ਸਾਈਂ ਨਾਮ ਅਮੋਲ ਕੀਮਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹੱਬ ਰੰਗ ਬਾਣ ਦੋ। ਪਰਿਪੂਰਨ ਪ੍ਰਮਾਤਮਾ ਜਿਹੜਾ ਨਾਮ ਹੈ ਨਾ, ਇਹ ਬਕੀਮਤਾ ਹੈ, ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਤਿਤ ਰਾਤਾ ਮੇਰਾ ਮਨ ਧੀਰਾ। ਔਰ ਉਸ ਪਰਿਪੂਰਨ ਪ੍ਰਮਾਤਮਾ ਦੇ ਮਨ ਵਿੱਚ ਰੰਗਣ ਕਰਕੇ ਮੇਰੇ ਮਨ ਨੂੰ ਧੀਰ ਜਾ ਗਈ, ਮੇਰੇ ਮਨ ਨੂੰ ਹੌਸਲਾ ਆ ਗਿਆ। ਹਉ ਮੈਂ ਮਮਤਾ ਰੋਗ ਨਾ ਲਾਗੈ। ਔਰ ਉਹ ਗੁਰਮੁਖ ਪਿਆਰੇ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੰਪਰਕ ਵਿੱਚ ਆ ਗਏ ਨੇ ਨਾ, ਉਹਨਾਂ ਨੂੰ ਹਉਮੈ ਤੇ ਮਮਤਾ ਤੋਂ ਭਾਵ ਮਾਇਆ ਦੀ ਪਕੜ ਜਿਹੜੀ ਹੈ ਨਾ, ਇਹ ਰੋਗ ਉਹਨਾਂ ਨੂੰ ਲੱਗਦਾ ਨਹੀਂ। ਅੱਜ ਕੱਲ੍ਹ ਤਾਂ ਗੁਰਮੁਖੋ ਇਹ ਰੋਗ ਇੰਨਾ ਪ੍ਰਬਲ ਹੋ ਗਿਆ ਹੈ, ਅਸੀਂ ਗੁਰਦੁਆਰੇ ਆਉਣੇ ਤੇ ਅਖਬਾਰ ਵਿੱਚ ਫੋਟੋ ਕਰਾਉਣੇ ਵੀ ਫਲਾਣਾ ਬੰਦਾ ਦਰਬਾਰ ਸਾਹਿਬ ਨਤਮਸਤਕ ਹੋਇਆ। ਬੜਾ ਰਿਵਾਜ ਚੱਲਿਆ ਜੀ ਨਵਾਂ। ਹੁਣ ਮੱਥਾ ਟੇਕਣ ਆਇਆ ਲੀਡਰ ਤੇ ਅਖਬਾਰ 'ਚ ਅਗਲੇ ਦਿਨ ਫੋਟੋ ਨਾਲ ਫੋਟੋ ਉਹਦੇ ਨਾਲ ਲਿਖਿਆ ਫਲਾਣਾ ਬੰਦਾ ਹਰਿਮੰਦਰ ਸਾਹਿਬ ਨਤਮਸਤਕ ਹੋਇਆ, ਤਾਂ ਆਪਾਂ ਗੁਰੂ ਨੂੰ ਗ੍ਰਾਂਟ ਦੇ ਕੇ ਗਿਆ। ਉਹ ਮਾਰੇ ਜਾਵਾਂਗੇ, ਮਾਰੇ ਜਾਵਾਂਗੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਗੁਰਪੁਰਬ ਦੀ ਸੰਗਤਾਂ ਨੂੰ ਵਧਾਈ ਹੋਵੇ ਤੇ ਫੋਟੋ ਆਪਣੀ। ਉਹਦਾ ਭਾਵ ਹੈ ਵੀ ਗੁਰੂ ਰਾਮਦਾਸ ਦੇ ਨਾਂ ਤੇ ਮੈਂ ਆਪਣਾ ਪ੍ਰਦਰਸ਼ਨ ਕਰਾਂ। ਰੱਬ ਦਾ ਵਾਸਤਾ ਜੇ ਆਪ ਗਵਾਈਏ ਤਾਂ ਸ਼ੌ ਪਾਈਏ, ਔਰ ਕੈਸੀ ਚਤਰਾਈ। ਜਿੰਨਾ ਚਿਰ ਆਪਾਂ ਨਹੀਂ ਗਾਉਂਦੇ ਉਹਨਾਂ ਚਿਰ ਬਾਤ ਨਹੀਂ ਜੇ ਬਣਨੀ। ਅਸੀਂ ਗੁਰਦੁਆਰੇ ਆ ਫੋਟੋ, ਗੁਰੂ ਕਾ ਗੁਰਪੁਰਬ ਤੇ ਆਪਣੀਆਂ ਫੋਟੋ ਪ੍ਰਦਰਸ਼ਨ, ਮਾਰੇ ਜਾਵਾਂਗੇ। ਆਪਣੇ ਉਹ ਨਿਮਾਣਾ ਬਣਾਈਏ। ਮੇਰੇ ਪਾਤਸ਼ਾਹ ਕਹਿੰਦੇ ਨੇ, ਕਿਰਪਾ ਕਰਦੇ ਨੇ, ਹਉਮੈ ਮਮਤਾ ਰੋਗ ਨਾ ਲਾਗੇ। ਜਿਹੜੇ ਗੁਰੂ ਦੀ ਰਹਿਮਤ ਦੇ ਪਾਤਰ ਬਣ ਗਏ ਨੇ, ਉਹਨਾਂ ਦੇ ਅੰਦਰ ਹੰਕਾਰ ਨਹੀਂ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਮਮਤਾ ਨਹੀਂ। ਗਈ ਸੀ ਮਾਤਾ ਭਾਗ ਕੌਰ ਪੁੱਤਰ ਲੈਣ ਲਈ, ਪਰ ਗੁਰੂ ਦੀ ਨਿਗਾਹ ਪਈ, ਸਾਰਾ ਕੁਝ ਭੁੱਲ ਗਿਆ। ਔਰ ਜੀਵਨ ਪ੍ਰਜੰਤ ਉਸ ਮਾਤਾ ਭਾਗ ਕੌਰ ਨੇ ਗੁਰੂ ਮਤ ਦਾ ਪ੍ਰਚਾਰ ਕੀਤਾ। ਉਸ ਮਾਤਾ ਨੇ, ਕੌਣ? ਜਿਹੜੇ ਗੁਰੂ ਦੇ ਸੰਪਰਕ ਵਿੱਚ ਆਏ ਨੇ, ਜਿਨ੍ਹਾਂ ਤੇ ਗੁਰੂ ਦੀ ਰਹਿਮਤ ਹੋਈ ਹੈ। ਆਪਾਂ ਤਾਂ ਜੇ ਗੁਰੂ ਪਾਤਸ਼ਾਹ ਕਹਿੰਦੇ ਵੀ ਜੋ ਮੰਗਣਾ ਮੰਗ, ਤੇ ਆਪਾਂ ਕਹਿਣਾ ਸੀ ਮੇਰਾ ਕਾਕਾ ਕੈਨੇਡਾ ਚਲਾ ਜਾਏ, ਇਹੋ ਮੰਗਣਾ ਸੀ ਨਾ, ਵੀ ਗੁੱਡੀ ਆਈਲੈਟ ਕਰ ਲੈ, ਇਹ ਮੰਗਣਾ ਸੀ। ਮੰਗਣ ਦੀ ਜਾਚ ਸਿੱਖਣੀ ਤੇ ਬਾਬਾ ਮਾਨ ਸਿੰਘ ਕੋਲੋਂ ਸਿੱਖੀਏ। ਇਤਿਹਾਸ ਦੇ ਪੰਨਿਆਂ ਨੂੰ ਪੜ੍ਹੋ ਗੁਰਮੁਖੋ, ਰੌਂਗਟੇ ਖੜੇ ਹੋ ਜਾਂਦੇ ਨੇ। ਕਲਗੀਧਰ ਬਾਪੂ ਕਹਿੰਦਾ, ਜੇ ਚਾਹੁੰਦਾ ਕਰ ਅਮੀਰ ਦਿਆਂ, ਰਾਜ ਭਾਗ ਤੇ ਤੈਨੂੰ ਜਗੀਰ ਦਿਆਂ, ਕਰ ਕੰਚਨ ਵਾਂਗ ਸਰੀਰ ਦਿਆਂ, ਕੀ ਦਿਲ ਦੀਆਂ ਵਿਉਂਤਾਂ ਲਾਉਣਾ ਹੈ। ਇਹ ਪੁੱਛਿਆ ਬਾਬਾ ਮਾਨ ਸਿੰਘ ਨੂੰ। ਮਾਨ ਸਿਆਂ, ਜੇ ਚਾਹੁੰਦਾ ਤੇ ਤੈਨੂੰ ਅਮੀਰ ਕਰ ਦਿਆਂ, ਤੇਰਾ ਨਵਾਂ ਸਰੀਰ ਕਰ ਦਿਆਂ। ਕਹਿਣ ਲੱਗਾ, ਨਹੀਂ, ਰਾਜ ਭਾਗ ਦੀ ਚਾਹ ਜ਼ਿਆਦਾ। ਜਿਨ੍ਹਾਂ ਦੀ ਕਿਰਪਾ ਉਹਨਾਂ ਦੀ ਨਿਸ਼ਾਨੀ ਜੇ। ਨਹੀਂ, ਰਾਜ ਭਾਗ ਦੀ ਚਾਹ ਦਾਤਾ, ਮੈਨੂੰ ਚਰਨਾਂ ਵਿੱਚ ਟਿਕਾ ਦਾਤਾ, ਮੁਕਤੀ ਦਾ ਬਣੀ ਗਵਾਹ ਦਾਤਾ।
ਦਿਲ ਸੱਚ ਦੀ ਤਕੜੀ ਹਾਰ ਦਿਓ, ਜੇ ਮਿਹਰ ਅਸਾਂ ਤੇ ਕਰ ਦਿਓ, ਲਿਖਿਆ ਬਦਾਵਾ ਪਾੜ ਦਿਓ। ਜੇ ਮਿਹਰ ਕਰਦਾ ਨਾ, ਜਿਹੜਾ ਬਦਾਵਾ ਲਿਖਿਆ ਕਿਰਪਾ ਕਰਕੇ ਪਾੜ ਦੇ। ਮੇਰੇ ਸਤਿਗੁਰੂ ਪਾਤਸ਼ਾਹ ਨੇ ਮੱਥਾ ਚੁੰਮਿਆ, ਬਦਾਵਾ ਪਾੜ ਦਿੱਤਾ। ਇਸ ਕਰਕੇ ਮੇਰੇ ਪਾਤਸ਼ਾਹ ਤੇ ਕਹਿੰਦੇ ਨੇ, ਭਾਈ ਉਹ ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੂੰ ਮੈਂ ਤੇ ਮਾਇਆ ਦੀ ਪਕੜ ਦਾ ਰੋਗ ਨਹੀਂ ਲੱਗਦਾ। ਰਾਮ ਭਗਤ ਜਮ ਕਾ ਪਉ ਭਾਗੈ। ਸਾਡੇ ਆਮ ਪੰਜਾਬੀ ਚ ਕਹਾਵਤ ਬਣੀ ਆ, ਰੱਬ ਦਾ ਖੌਫ ਕਰਿਆ ਕਰ। ਇਹ ਅਸੀਂ ਆਮ ਬੋਲਦੇ ਹਾਂ, ਬੰਦਾ ਕੋਈ ਬਹੁਤਾ ਮਨ ਆਈਆਂ ਕਰੇ ਤੇ ਆਪਾਂ ਸਮਝਾਉਣੇ, ਭਾਈ ਉਹ ਰੱਬ ਦਾ ਖੌਫ ਕਰ। ਇਹ ਇਹਦਾ ਅਰਥ ਹੈ, ਰਾਮ ਭਗਤ ਜਮ ਕਾ ਪਉ ਭਾਗੇ। ਜੇ ਰੱਬ ਦਾ ਖੌਫ ਕਰੇਗਾ ਗੁਰਮੁਖਾ, ਜਮਾਂ ਦਾ ਭਉ ਭਾਜੇਗਾ, ਤੈਨੂੰ ਜਮਾਂ ਦਾ ਡਰ ਨਹੀਂ ਰਹਿਣਾ। ਜਮ ਜੰਦਾਰ ਨਾ ਲਾਗੈ ਮੋਹੇ। ਉਹ ਜਿਹੜਾ ਜਮਾਂ ਦਾ ਜੰਦਾਰ ਵੈਰੀ ਹੈ ਨਾ, ਜਿਹੜਾ ਦੂਤ ਹੈ, ਉਹ ਸਾਨੂੰ ਮੋਹ ਨਹੀਂ ਦੇ ਸਕਦਾ, ਉਹ ਸਾਨੂੰ ਛੋਹ ਨਹੀਂ ਸਕਦਾ, ਉਹ ਸਾਡੇ ਲਾਗੇ ਨਹੀਂ ਆ ਸਕਦਾ। ਨਿਰਮਲ ਨਾਮ ਹਿਰਦੈ ਹਰਿ ਸੋਹੇ। ਇਹਨਾਂ ਦੇ ਲਾਗੇ ਨਹੀਂ ਆ ਸਕਦਾ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਮੈਲ ਤੋਂ ਰਹਿਤ ਇੱਕ ਪ੍ਰਮਾਤਮਾ ਦਾ ਨਾਮ ਸੋਭਦਾ ਹੈ, ਜਿਹੜੇ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨਾਲ ਅਭੇਦ ਹੋਏ ਹਨ। ਸ਼ਬਦ ਵਿਚਾਰ ਭਏ ਨਿਰੰਕਾਰੀ। ਗੁਰਮੁਖੋ ਸ਼ਬਦ ਦੀ ਵਿਚਾਰ ਕਰਨ ਕਰਕੇ ਨਿਰੰਕਾਰੀ ਬਣ ਗਏ। ਇੱਥੇ ਕਿਸੇ ਫਿਰਕੇ ਦੀ ਬਾਤ ਨਹੀਂ। ਨਿਰੰਕਾਰ ਦਾ ਭਾਵ ਹੁੰਦਾ ਰਾਗ। ਨਿਰੰਕਾਰ ਦੇ ਅਰਥ ਕੀ ਹਨ ਗੁਰਬਾਣੀ ਮੁਤਾਬਕ? ਨਿਰੰਕਾਰ ਦੇ ਅਰਥ ਨੇ ਰਾਗ ਨ ਰੂਪ ਨ ਰੰਗ ਕੇਸ਼, ਤਰੋ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਇਸ ਨਿਰੰਕਾਰ ਦੀ ਵਿਆਖਿਆ ਅਸੀਂ ਜਾਪ ਸਾਹਿਬ ਦੀ ਪਹਿਲੀ ਪੌੜੀ ਚ ਪੜ੍ਹਦੇ ਹਾਂ। ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹੇ। ਇਸ ਪ੍ਰਕਾਰ ਸ਼ਬਦ ਦੀ ਵਿਚਾਰ ਕਰਕੇ ਉਹ ਗੁਰਮੁਖ ਪਿਆਰੇ ਨਿਰੰਕਾਰੀ ਨਿਰਗੁਣ ਦੀ ਉਪਾਸ਼ਕ ਬਣ ਗਏ। ਗੁਰਮਤਿ ਜਾਗੇ ਦੁਰਮਤ ਪਰਹਾਰੀ। ਜਦੋਂ ਭਾਈ ਗੁਰੂ ਦੀ ਮੱਤ ਦੁਆਰਾ ਸੁਚੇਤ ਹੋ ਗਏ, ਜਿਹੜੀ ਮਾੜੀ ਮੱਤ ਸੀ ਉਹਨਾਂ ਨੇ ਪਰਾਂ ਕਰ ਦਿੱਤੀ, ਉਹਨੂੰ ਹੋੜ ਦਿੱਤਾ, ਰੋਕ ਦਿੱਤਾ। ਤਨ ਦਿਨ ਜਾਗ ਰਹੇ ਲਿਵ ਲਾਈ। ਉਹ ਗੁਰਮੁਖ ਪਿਆਰੇ ਦਿਨੇ ਰਾਤ ਜਾਗਦੇ ਨੇ, ਜੇ ਸੁੱਤੇ ਨੇ ਤਾਂ ਵੀ ਪ੍ਰਮਾਤਮਾ ਦਾ ਨਾਮ, ਇਹੋ ਜੀ ਲਿਵ ਲੱਗੀ ਹੈ, ਉਹ ਦਿਨੇ ਰਾਤ ਸੁਚੇਤ ਹਨ। ਜੀਵਨ ਮੁਕਤ ਗਤ ਅੰਤਰ ਪਾਈ। ਜਦੋਂ ਉਹਨਾਂ ਗੁਰਮੁਖ ਪਿਆਰਿਆਂ ਦੀ ਅੰਤਰਮੁਖ ਬਿਰਤੀ ਹੋ ਗਈ ਨਾ, ਉਹ ਜੀਵਨ ਮੁਕਤ ਨੇ। ਅੰਤਰਮੁਖ ਬਿਰਤੀ ਤੋਂ ਭਾਵ ਗੁਰਮੁਖੋ ਇਹ ਹੈ ਵੀ ਸੰਸਾਰ ਵਿੱਚ ਕੁਝ ਵੀ ਹੋਈ ਜਾਏ, ਆਪਾਂ ਉਸ ਪਾਸੇ ਨੂੰ ਛੱਡ ਕੇ ਤੇ ਕੇਵਲ ਆਪਣੇ ਅੰਦਰ ਝਾਤੀ ਮਾਰੀਏ, ਉਹਨੂੰ ਕਹਿੰਦੇ ਨੇ ਅੰਤਰਗਤ। ਜਿਹੜੇ ਗੁਰਮੁਖ ਪਿਆਰੇ ਅੰਤਰਮੁਖੀ ਹੋ ਗਏ ਨੇ ਨਾ, ਜਿਹੜੇ ਆਪਣੇ ਅੰਦਰੋਂ ਲੱਭਦੇ ਨੇ, ਉਹ ਗੁਰਮੁਖ ਪਿਆਰੇ ਜੀਵਨ ਮੁਕਤ ਨੇ। ਮਰਿਆਂ ਤੋਂ ਬਾਅਦ ਮੁਕਤੀ ਨਹੀਂ, ਜਿਉਂਦਿਆਂ ਮੁਕਤੀ। ਜਿਵੇਂ ਭਗਤਾਂ ਦਾ ਸ਼ਬਦ ਆਉਂਦਾ, ਮੁਗੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਵੀ ਤੂੰ ਮਰਿਆਂ ਤੋਂ ਬਾਅਦ ਆਖੇ ਮੁਕਤ ਲੋਕਾਂ ਨੇ ਕਿਹੜੀ ਵੇਖਣੀ ਹੈ? ਜਿਉਂਦਿਆਂ ਮੁਕਤ ਕਰਨਾ ਕਰ। ਅਲਪਤ ਗੁਫਾ ਮਹਿ ਰਹੇ ਨਿਰਾਰੇ। ਉਹ ਗੁਰਮੁਖ ਇਹ ਨਹੀਂ ਵੀ ਕਿਤੇ ਭੋਰਾ ਬਣਾ ਲਿਆ ਜਾਂ ਗੁਫਾ ਚ ਲੈਂਦੇ ਨੇ। ਅਲਿਪ ਤੋਂ ਭਾਵ ਹੁੰਦਾ ਲਪਾਏ ਮਾਨਗੀ ਪਕੜ। ਇਹਦੀ ਮਿਸਾਲ ਸਾਡੇ ਇਤਿਹਾਸ ਵਿੱਚ ਆਉਂਦੀ ਹੈ। ਗੁਰਮੁਖ ਇੱਕ ਮੋਜਨ ਫਾਨੀ ਲਿਖਾਰੀ ਹੋਇਆ, ਉਹਨੇ ਦਾਬਿਸਤਾਨ ਮਜ਼ਾਹਬ ਇੱਕ ਇਤਿਹਾਸ ਦੀ ਗ੍ਰੰਥ ਲਿਖਿਆ, ਬੜਾ ਮਸ਼ਹੂਰ ਹੈ। 6ਵੇਂ ਪਾਤਸ਼ਾਹ ਸਮਕਾਲੀ ਸੀ ਤੇ ਪਾਤਸ਼ਾਹ ਦੇ ਕੋਲ ਆਉਂਦਾ ਰਿਹਾ, ਮੋਜਨ ਫਾਨੀ ਉਹਦਾ ਨਾਂ ਹੈ। ਉਹਨੇ ਦੀ ਘਟਨਾ ਲਿਖੀ ਵੀ ਕਹਿਣ ਲੱਗੇ ਵੀ ਗੁਰੂ ਪਾਤਸ਼ਾਹ ਨੇ ਇੱਕ ਭਾਈ ਸਾਧੇ ਨਾਮ ਦਾ ਸਿੱਖ ਸੀ, ਉਹਦੇ ਕੋਲ ਮਾਇਆ ਭੇਜੀ ਵੀ ਗੁਰਮੁਖਾ ਸਾਨੂੰ ਘੋੜੇ ਲੈ ਕੇ ਭੇਜ। ਕਾਬਲ ਦੀ ਗੱਲ ਹੈ। ਉਹ ਗੁਰਮੁਖ ਪਿਆਰਾ ਘੋੜੇ ਖਿੱਦਣ ਲਈ ਤੁਰ ਪਿਆ। ਅਜੇ ਇੱਕ ਦੋ ਪੜਾ ਗਿਆ, ਫਿਰ ਰੱਬ ਦਾ ਭਾਣਾ ਉਹਦਾ ਬੇੜਾ ਚੜਾਈ ਕਰਕੇ ਗੁਜ਼ਰ ਗਿਆ। ਇਹ ਤੁਸੀਂ ਉਸ ਗ੍ਰੰਥ 'ਚ ਪੜ੍ਹ, ਦਾਬਿਸਤਾਨ ਮਜ਼ਾਹਬ ਗ੍ਰੰਥ ਦਾ ਨਾਂ ਹੈ ਤੇ ਮੋਜਨ ਫਾਨੀ ਉਹਦਾ ਕਰਤਾ, ਤੇ ਫਾਰਸੀ ਵਿੱਚ ਇੱਕ ਗ੍ਰੰਥ ਹੈ। ਪਿੱਛੋਂ ਪਰਿਵਾਰ ਦੇ ਮੈਂਬਰ ਗਏ, ਸਗੇ ਸੋਦਰੇ, ਚਾਚੇ ਤਾਏ, ਵੀ ਗੁਰਮੁਖਾ ਬੜਾ ਭਾਣਾ ਵਾਪਰਿਆ ਰੱਬ ਦਾ, ਤੇਰਾ ਪੁੱਤ ਚੜਾਈ ਕਰ ਗਿਆ। ਤੇ ਕੱਲਾ ਕੱਲਾ ਬੇਟਾ ਸੀ, ਜਿਹਨੂੰ ਆਪਾਂ ਕਹਿੰਦੇ ਮੂੰਹ ਵੇਖ ਲਿਆ। ਵੀ ਕਹਿਣ ਲੱਗੇ ਹੁਣ ਜਾਂਦੇ ਜਾਂਦਾ ਮੂੰਹ ਵੇਖ ਲਾ। ਕਹਿਣ ਲੱਗਾ ਪਹਿਲਾਂ ਵੇਂਦਾ ਰਿਹਾ ਨਾ, ਇਉਂ ਕਰੋ, ਗੁਰੂ ਨੇ ਬੜਾ ਕੋਈ ਬਖਸ਼ਿਆ, ਬਾਲਣ ਘਰ ਹੈ, ਕੱਪੜੇ ਘਰ ਨੇ, ਮਾਇਆ ਘਰ ਹੈ, ਲੇਕਿਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਰਜਾਨਾ ਨਹੀਂ ਜਿਉਣਾ।
ਹੁਕਮਨਾਮੇ ਰੋਜ਼ ਨਹੀਂ ਜੀ ਆਉਣੇ, ਮੈਨੂੰ ਗੁਰੂ ਕੇ ਹੁਕਮਨਾਮੇ ਦੀ ਪਾਲਣਾ ਕਰ ਲੈਣ ਦਿਓ। ਗੁਰੂ ਨੇ ਬੜਾ ਕੋਈ ਦਿੱਤਾ, ਸਤਿਕਾਰ ਕਰ ਲਓ, ਪਿੱਛੇ ਮੁੜਿਆ ਨਹੀਂ। ਇਹ ਕੌਣ ਹੈ? ਅਲਿਪਤ। ਸਾਡਾ ਪੁੱਤਰ 2 ਘੰਟੇ ਨਾ ਬਾਜ਼ਾਰੋਂ ਆਵੇ ਤੇ ਗੁਰਮੁਖੋ ਸਾਡੀ ਜਿਹੜੀ ਅਵਸਥਾ ਉਹ ਰੱਬ ਜਾਣਦਾ ਜਾਂ ਅਸੀਂ ਜਾਣਦੇ, ਇੰਨਾ ਮੋਹ ਸਾਡੇ ਅੰਦਰ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਉਹਦੇ ਗੁਰਮੁਖ ਨੇ ਨਾ ਅਲਿਪਤ ਗੁਫਾ ਮੈਂ ਰਹੇ ਨਰਾਰੇ, ਉਹ ਅੰਤਰਮੁਖੀ ਤੇ ਸੰਸਾਰ ਦੀ ਲਿਪਾਏ ਮਾਨਗੀ ਤੋਂ ਪਰਾਂ ਨਿਰਲੇਪ ਹਨ। ਤਸ ਕਰ ਪੰਚ ਸ਼ਬਦ ਸੰਘਾਰੇ। ਜਿਹੜੇ 5 ਤਸਕਰ ਤੋਂ ਭਾਵਦਾ ਲੁਟੇਰੇ, ਇਹ ਗੁਰਮੁਖੋ ਆਪਾਂ ਕਦੇ ਉਹਨਾਂ ਨੂੰ ਸੋਚਿਆ ਹੀ ਨਹੀਂ। ਸਾਡੇ ਅੰਦਰ 5 ਚੋਰ ਬੈਠੇ ਹਨ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ, ਜਿਨ ਮਿਲ ਮਾਰੇ 5 ਸੂਰਬੀਰ ਐਸੋ ਕੌਣ ਬਲੀ ਰਹਿ। ਤੁਸੀਂ ਕਹਿੰਦੇ ਫਲਾਨਾ ਬੜਾ ਤਗੜਾ, ਇਹੋ ਜਿਹਾ ਕਹੇ ਜਿਹਨੇ 5 ਮਾਰੇ ਹੋਣ। ਉਹਨਾਂ ਦਾ ਨਾਂ ਹੈ ਤਸਕਰ, ਡਾਕੂ, ਲੁਟੇਰੇ। ਤਸਕਰ 5 ਸ਼ਬਦ ਸੰਘਾਰੇ। ਗੁਰੂ ਦੇ ਉਪਦੇਸ਼ ਦੇ ਨਾਲ ਜਿਹੜੇ ਇਹ 5 ਸਾਡੇ ਅੰਦਰ ਡਾਕੂ ਤੇ ਠੱਗ ਚੋਰ ਸਨ ਨਾ, ਗੁਰੂ ਦੇ ਸ਼ਬਦ ਨਾਲ ਇਹਨਾਂ ਨੂੰ ਖਤਮ ਕਰ ਦਿੱਤਾ, ਮਾਰ ਦਿੱਤਾ। ਪਰ ਘਰ ਜਾਏ ਨਾ ਮਨ ਡੋਲਾਏ। ਇਹਨਾਂ ਦੇ ਗੁਰੂ ਨੇ ਕਿਰਪਾ ਕੀਤੀ, ਉਹ ਪਰਾਏ ਤਨ ਦੇ ਉੱਪਰ, ਪਰਾਏ ਧਨ ਜਿਹੜਾ ਘਰ ਹੈ, ਪਰਾਇਆ ਘਰ, ਪਰਾਇਆ ਧਨ, ਪਰਾਇਆ ਧਨ, ਉੱਥੇ ਜਾ ਕੇ ਆਪਣੇ ਮਨ ਨੂੰ ਲਾਉਂਦੇ ਨਹੀਂ। ਸਹਿਜ ਨਿਰੰਤਰ ਰਹੋ ਸਮਾਏ। ਔਰ ਇਹਨੂੰ ਸਹਿਜ ਦਾ ਭਾਵ ਮਨ ਨੂੰ ਅਡੋਲ ਕਰਕੇ, ਨਿਰੰਤਰ ਦਾ ਅਰਥ ਹੈ ਕੰਟੀਨਿਊਸਲੀ, ਲਗਾਤਾਰ। ਉਹ ਲਗਾਤਾਰ ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਰਹਿੰਦੇ ਹਨ, ਲਗਾਤਾਰ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਨ। ਗੁਰਮੁਖ ਜਾਗ ਰਹੇ ਅਵਧੂਤਾ। ਇਸ ਪ੍ਰਕਾਰ ਉਹ ਅਵਧੂਤ ਹੈ। ਇਹ ਸੰਤਾਂ ਨੂੰ ਵੀ ਕਹਿੰਦੇ ਸਨ ਜਿਹੜੇ ਪਕੜ ਤੋਂ ਉਹਨੂੰ ਕਹਿੰਦੇ ਅਦੂਤ ਸਾਧੂ। ਅਵਧੂਤ ਵੀ ਕਹਿੰਦੇ, ਅਦੂਤ ਵੀ ਕਹਿੰਦੇ ਨੇ। ਸਾਧ ਸੰਤ ਉਹ ਗੁਰਮੁਖ ਪਿਆਰੇ ਮਹਾਂਪੁਰਸ਼ ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਨੂੰ ਮੁੱਖ ਕੀਤਾ ਹੈ, ਉਹ ਸੁਚੇਤ ਹਨ। ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪਕੜ ਨਹੀਂ। ਸਦ ਬੈਰਾਗੀ ਤਤ ਪਰੋਤਾ। ਜਿਹੜਾ ਜਿਨ੍ਹਾਂ ਦਾ ਮਨ ਉਸ ਤਤ ਸਥਾਨ ਪਰਮਾਤਮਾ ਦੇ ਪ੍ਰੇਮ ਵਿੱਚ ਪਰੋਤਾ ਗਿਆ ਨਾ, ਉਹ ਸਦੀਵੀ ਤੌਰ ਤੇ ਬਰਾਗਮਾਨ ਹਨ। ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪਕੜ ਨਹੀਂ। ਰਾਗ ਕਹਿੰਦੇ ਨੇ ਮੋਹ ਨੂੰ, ਬਰਾਗ ਤੋਂ ਭਾਵ ਮੋਹ ਤੋਂ ਰਹਿਤ। ਜਗ ਸੂਤਾ ਮਰ ਆਵੈ ਜਾਏ। ਕਹਿੰਦੇ ਸੰਸਾਰ ਦੇ ਜਿਹੜੇ ਜੀਵ ਨੇ ਨਾ, ਇਹ ਅਵਿਦਿਆ ਦੀ ਨੀਂਹ ਵਿੱਚ ਸੁੱਤੇ ਹੋਏ ਹੋਣ ਕਰਕੇ ਕਿਤੇ ਮਕਾਨਾਂ ਨੇ, ਕਿਤੇ ਖੁਸ਼ੀਆਂ ਨੇ। ਇਸ ਪ੍ਰਕਾਰ ਕੋ ਆ ਰਿਹਾ ਤੇ ਕੋ ਜਾ ਰਿਹਾ ਹੈ। ਬਿਨ ਗੁਰ ਸ਼ਬਦ ਨ ਸੋਜੀ ਪਾਏ। ਪਰ ਗੁਰੂ ਦੇ ਸ਼ਬਦ ਤੋਂ ਬਿਨਾਂ ਗਿਆਤ ਸਮਝ ਨਹੀਂ ਪੈਣੀ। ਅਨਹਦ ਸ਼ਬਦ ਵਜੈ ਦਿਨ ਰਾਤੀ। ਉਹ ਜਿਹੜੇ ਗੁਰੂ ਦੀ ਰਹਿਮਤ ਦੇ ਪਾਤਰ ਨੇ, ਉਹਨਾਂ ਦੇ ਅੰਦਰ ਲਗਾਤਾਰ ਪਰਿਪੂਰ ਪਰਮਾਤਮਾ ਦੇ ਨਾਮ ਦਾ ਜਾਪ ਚੱਲਦਾ। ਇਹਨੂੰ ਕਹਿੰਦੀ ਅਨਹਦ ਤੋਂ ਭਾਵ ਦਾ ਕੰਟੀਨਿਊਸਲੀ, ਲਗਾਤਾਰ ਜਾਗਦਿਆਂ ਸੁੱਤਿਆਂ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ ਹੈ। ਅਵਗਤ ਕੀ ਗਤ ਗੁਰਮੁਖ ਜਾਤੀ। ਜਦੋਂ ਗੁਰੂ ਵਾਲੇ ਪਾਸੇ ਵੱਲ ਮੂੰਹ ਹੋ ਗਿਆ ਨਾ, ਜਿਹੜਾ ਸਮਝ ਵਿੱਚ ਨਹੀਂ ਪੈਂਦਾ ਉਹਦੀ ਸਮਝ ਪੈ ਗਈ। ਤਉ ਜਾਨੀ ਜਾਂ ਸ਼ਬਦ ਪਛਾਨੀ। ਇਹ ਸਮਝ ਕਦੋਂ ਪਈ? ਤੂੰ ਗੁਰੂ ਦੇ ਉਪਦੇਸ਼ ਨੂੰ ਪਛਾਨਣਾ ਕੀਤਾ। ਏਕੋ ਰਵ ਰਹਿਆ ਨਿਰਬਾਨੀ। ਜਿਹਨੂੰ ਕਿਸੇ ਪ੍ਰਕਾਰ ਦੀ ਕੋ ਆਤ ਨਹੀਂ, ਉਹ ਹਰ ਥਾਂ ਤੇ ਪ੍ਰਮਾਤਮਾ ਵਿਆਪਕ ਹੈ। ਸੁਨ ਸਮਾਦ ਸਹਿਜ ਮਨ ਰਾਤਾ। ਇਹਨਾਂ ਗੁਰਮੁਖ ਪਿਆਰਿਆਂ ਦਾ ਮਨ ਅਫੁਰ ਹੋ ਗਿਆ। ਇਹ ਸਮਾਧੀ ਲਾਉਣੀ, ਸੁਨ ਸਮਾਦ ਤੋਂ ਪਾਬੰਦ ਅਫੁਰ ਅਵਸਥਾ। ਆਪਾਂ ਗੁਰਮੁਖੋ ਬਾਣੀ ਪੜ੍ਹਦੇ ਹੋਈਏ, ਸੁਣਦੇ, ਆਪਣੇ ਅੰਦਰ ਫੁਰਨੇ ਆਉਂਦੇ ਰਹਿੰਦੇ ਨੇ। ਫੁਰਨੇ, ਜਿਹੜਾ ਫੁਰਨਿਆਂ ਤੋਂ ਰਹਿਤ ਹੁੰਦਾ ਉਹਨੂੰ ਕਹਿੰਦੇ ਨੇ ਸੁਨ ਸਮਾਧੀ, ਅਫੁਰ ਅਵਸਥਾ। ਸੁਨ ਸਮਾਦ ਸਹਿਜ ਮਨ ਰਾਥਾ। ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਨਾ, ਉਹਨਾਂ ਦੇ ਮਨ ਚੋਂ ਫੁਰਨੇ ਮੁੱਕ ਗਏ। ਤਜ ਹਉ ਲੋਭਾ ਏਕੋ ਜਾਤਾ। ਉਹਨਾਂ ਨੇ ਮੈਂ ਤੇ ਲਾਲਚ ਨੂੰ ਪਾਸੇ ਕਰਕੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਨੂੰ ਹੀ ਜਾਣਨਾ ਕੀਤਾ ਹੈ। ਗੁਰ ਚੇਲੇ ਆਪਣਾ ਮਨ ਮਾਨਿਆ। ਗੁਰੂ ਦੇ ਸਨਮੁਖ ਬਣਨ ਕਰਕੇ, ਗੁਰੂ ਦੇ ਚੇਲੇ ਬਣ ਕੇ ਜਿਹੜਾ ਅੱਗੇ ਮਨ ਨਹੀਂ ਸੀ ਮੰਨਦਾ, ਉਹ ਮੰਨਣ ਲੱਗ ਪਿਆ। ਨਾਨਕ ਦੂਜਾ ਮੇਟ ਸਮਾਨਿਆ। ਜਿਨ੍ਹਾਂ ਦੇ ਅੰਦਰੋਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਦਵਾਇਤ ਪਾਪ ਮਿਟ ਗਈ, ਉਹ ਪਰਿਪੂਰਨ ਪਰਮਾਤਮਾ ਤੇ ਲੀਨ ਹੋ ਗਏ। ਸਤਿਗੁਰੂ ਪਾਤਸ਼ਾਹ ਸਾਡੀ ਵੀ ਅਵਸਥਾ ਬਣਾਉਣ। ਗੁਰੂ ਤੇ ਗੁਰੂ ਕੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਸੁਨ ਸਮਾਦ ਸਹਿਜ ਮਨ ਰਾਤਾ। ਤਜ ਹਉ ਲੋਭਾ ਏਕੋ ਜਾਤਾ। ਗੁਰ ਚੇਲੇ ਆਪਣਾ ਮਨ ਮਾਨਿਆ। ਨਾਨਕ ਦੂਜਾ ਮੇਟ ਸਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।